ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਹਾਜ਼ਰ ਹਾਂ ਜੀ ਪੰਜਾਬੀ ਦੀ ਨਵੀਂ ਕਲਾਸ ਲੈ ਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪਿਕ ਕਵਰ ਕਰਨ ਵਾਲੇ ਹਾਂ ਜੀ ਸ਼ਾਹ ਹੁਸੈਨ। ਠੀਕ ਹੈ, ਗੁਰਮਤਿ ਕਾਵਿ ਆਪਣਾ ਕਵਰ ਹੋ ਚੁੱਕਿਆ ਜੀ। ਸੂਫੀ ਕਾਵਿ ਵਿੱਚ ਆਪਾਂ ਨੇ ਸ਼ੇਖ ਫਰੀਦ ਜੀ ਬਾਰੇ ਪੜ੍ਹ ਚੁੱਕੇ ਹਾਂ। ਅੱਜ ਕਰਾਂਗੇ ਜੀ ਸੈਕਿੰਡ ਸੂਫੀ ਕਵੀ ਜਿਹੜੇ ਹੈਗੇ ਨੇ ਸ਼ਾਹ ਹੁਸੈਨ। ਠੀਕ ਹੈ ਜੀ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਹੈਗੀਆਂ, ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਤੁਸੀਂ ਚੈੱਕਆਊਟ ਕਰ ਸਕਦੇ ਹੋ। ਤਾਂ ਆਓ ਸਟਾਰਟ ਕਰਦੇ ਹਾਂ। ਤਾਂ ਬਾਰੇ ਜਿਹੜਾ ਉਹਨਾਂ ਦਾ ਜੀਵਨ ਕਾਲ ਹੈ ਉਸਦਾ ਟਾਈਮ ਜਿਹੜਾ ਜ਼ਰੂਰ ਨੋਟ ਕਰ ਲੈਣਾ। ਇਹਨਾਂ ਦਾ ਜੀਵਨ ਕਾਲ ਰਿਹਾ ਹੈ ਜੀ 1539 ਤੋਂ ਲੈ ਕੇ 1593 ਤੱਕ। ਠੀਕ ਹੈ, ਵੈਰੀ ਇੰਪੋਰਟੈਂਟ ਹੈ, ਇਸ ਨੂੰ ਜ਼ਰੂਰ ਨੋਟ ਕਰ ਲਿਓ। ਉਹਨਾਂ ਦੇ ਜੀਵਨ ਬਾਰੇ ਪੜ੍ਹੀਏ ਤਾਂ ਸ਼ਾਹ ਹੁਸੈਨ ਮੁਗਲ ਕਾਲ ਦਾ ਇੱਕ ਪ੍ਰਸਿੱਧ ਸੂਫੀ ਕਵੀ ਹੈ। ਦੇਖੋ, ਸੂਫੀ ਕਵੀਆਂ ਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ। ਕਵੀ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਕਾਵਿਧਾਰਾ ਦੇ ਕਵੀ ਹੋਏ ਨੇ, ਗੁਰਮਤਿ ਕਾਵਿਧਾਰਾ ਦੇ, ਸੂਫੀ ਕਾਵਿਧਾਰਾ ਦੇ, ਬੀਰ ਕਾਵਿਧਾਰਾ ਦੇ। ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੈ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੂਫੀ ਕਾਵਿ ਦੇ ਵਿੱਚ ਕਿਹੜੇ ਕਵੀਆਂ ਦੁਆਰਾ ਰਚਨਾ ਕੀਤੀ ਗਈ ਹੈ, ਗੁਰਮਤਿ ਕਾਵਿ ਦੇ ਵਿੱਚ ਕਿਸਨੇ ਰਚਨਾ ਕੀਤੀ ਹੈ। ਠੀਕ ਹੈ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇੰਪੋਰਟੈਂਟ ਨੇ। ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਜੀ ਕਿ ਉਹ ਲਾਹੌਰ ਦਾ ਜੰਪਲ ਸੀ। ਠੀਕ ਹੈ, ਲਾਹੌਰ ਦਾ ਜਨਮ ਹੈ ਉਹ ਲਾਹੌਰ ਵਿਖੇ ਹੋਇਆ ਸੀ। ਠੀਕ ਹੈ, ਲਾਹੌਰ ਦਾ ਜੰਪਲ ਸੀ ਅਤੇ ਉਸਦੇ ਪਿਤਾ ਦਾ ਨਾਂ ਸ਼ੇਖ ਉਸਮਾਨ ਸੀ। ਸ਼ਾਹ ਹੁਸੈਨ ਦਾ ਖਾਨਦਾਨ ਮੂਲ ਰੂਪ ਵਿੱਚ ਹਿੰਦੂ ਸੀ। ਕਹਿੰਦੇ ਹਨ ਕਿ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਸ਼ਾਹ ਹੁਸੈਨ ਦਾ ਇੱਕ ਬਜ਼ੁਰਗ ਮੁਸਲਮਾਨ ਹੋ ਗਿਆ ਸੀ। ਸ਼ਾਹ ਹੁਸੈਨ ਸੂਫੀਆਂ ਦੇ ਮਲਾਮਤੀ ਫਿਰਕੇ ਦੇ ਨਾਲ ਸੰਬੰਧਿਤ ਸੀ। ਉਸਨੇ ਸ਼ੇਖ ਅਬੂਬਕਰ ਅਤੇ ਬਹਿਲੋਲ ਤੋਂ ਤਾਲੀਮ ਹਾਸਿਲ ਕੀਤੀ। ਵੈਰੀ ਇੰਪੋਰਟੈਂਟ। ਠੀਕ ਹੈ, ਜਿਹੜੀ ਆਪਣੀ ਐਜੂਕੇਸ਼ਨ ਹੈ ਉਹ ਕਿਸ ਤੋਂ ਪ੍ਰਾਪਤ ਕੀਤੀ ਸੀ ਸ਼ਾਹ ਹੁਸੈਨ ਨੇ? ਤਾਂ ਸ਼ੇਖ ਅਬੂਬਕਰ ਅਤੇ ਬਹਿਲੋਲ ਤੋਂ। ਇਹ ਵੈਰੀ ਇੰਪੋਰਟੈਂਟ ਹੈ, ਨੋਟ ਕਰ ਲੈਣਾ। ਠੀਕ ਹੈ, ਸ਼ਾਹ ਅਗਲੀ ਲਾਈਨ ਹੈ ਕਿ ਸ਼ਾਹ ਹੁਸੈਨ ਨੂੰ ਹਾਫਿਜ਼ ਦੀ ਉਪਾਧੀ ਮਿਲੀ ਹੋਈ ਸੀ। ਵੈਰੀ ਇੰਪੋਰਟੈਂਟ, ਇਸ ਨੂੰ ਜ਼ਰੂਰ ਨੋਟ ਕਰ ਲਓ। ਠੀਕ ਹੈ, ਹਾਫਿਜ਼ ਕੀ ਹੁੰਦਾ ਹੈ? ਹਾਫਿਜ਼ ਹੁੰਦਾ ਹੈ ਜਿਸ ਨੂੰ ਸਾਰਾ ਕੁਰਾਨ ਸ਼ਰੀਫ ਜ਼ਬਾਨੀ ਯਾਦ ਹੋਵੇ। ਠੀਕ ਹੈ, ਉਸਨੂੰ ਜਿਹੜਾ ਹਾਫਿਜ਼ ਕਹਿੰਦੇ ਨੇ। ਤਾਂ ਕਿਹੜੇ ਸੂਫੀ ਕਵੀ ਨੇ ਜਿਸ ਨੂੰ ਕਿ ਹਾਫਿਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਾਂ ਫਿਰ ਜਿਸ ਨੂੰ, ਤਾਂ ਫਿਰ ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜਾ ਸੂਫੀ ਕਵੀ ਹੈ ਜਿਸ ਨੂੰ ਕਿ ਹਾਫਿਜ਼ ਦੀ ਉਪਾਧੀ ਮਿਲੀ ਹੋਈ ਸੀ? ਤਾਂ ਉਹ ਹੈਗਾ ਸੀ ਜੀ ਸ਼ਾਹ ਹੁਸੈਨ। ਇਹ 3-4 ਚੀਜ਼ਾਂ ਇੰਪੋਰਟੈਂਟ ਨੇ, ਇਹਨਾਂ ਨੂੰ ਜ਼ਰੂਰ ਨੋਟ ਕਰ ਲੈਣਾ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਦੀ ਰਚਨਾਵਾਂ ਦੀ ਜੇਕਰ ਗੱਲ ਕਰੀਏ ਤਾਂ ਸ਼ਾਹ ਹੁਸੈਨ ਦੀ ਕਾਵਿ ਰਚਨਾ ਕਾਫੀਆਂ ਦੇ ਰੂਪ ਵਿੱਚ ਮਿਲਦੀ ਹੈ। ਠੀਕ ਹੈ, ਬਹੁਤ ਸਾਰੇ ਸੂਫੀ ਕਵੀ ਨੇ ਦੇਖੋ ਜਿਨ੍ਹਾਂ ਨੇ ਸ਼ਬਦ ਦੇ ਵਿੱਚ ਵੀ ਰਚਨਾ ਕੀਤੀ ਹੈ, ਸ਼ਲੋਕ ਦੇ ਵਿੱਚ ਕੀਤੀ ਹੈ, ਕਿਸੇ ਨੇ ਕਾਫੀਆਂ ਦੇ ਵਿੱਚ ਕੀਤੀ ਹੈ। ਠੀਕ ਹੈ, ਮਤਲਬ ਅਲੱਗ ਰੂਪ ਨੇ। ਠੀਕ ਹੈ, ਤਾਂ ਜਿਹੜੇ ਸ਼ਾਹ ਹੁਸੈਨ ਨੇ ਉਹਨਾਂ ਨੇ ਕਾਹਦੇ ਵਿੱਚ ਕੀਤੀ ਹੈ? ਉਹਨਾਂ ਨੇ ਜਿੰਨੀ ਵੀ ਉਹਨਾਂ ਦੀ ਕਾਵਿ ਰਚਨਾ ਉਹ ਕਾਫੀਆਂ ਦੇ ਰੂਪ ਦੇ ਵਿੱਚ ਹੈ। ਕਾਹਦੇ ਵਿੱਚ ਹੈ? ਕਾਫੀਆਂ ਦੇ ਰੂਪ ਦੇ ਵਿੱਚ ਹੈ। ਵੈਰੀ ਇੰਪੋਰਟੈਂਟ। ਠੀਕ ਹੈ, ਇਹਨਾਂ ਦੀ ਕੁੱਲ ਗਿਣਤੀ 162 ਹੈ। ਸ਼ਾਹ ਹੁਸੈਨ ਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ। ਵੈਰੀ ਇੰਪੋਰਟੈਂਟ। ਠੀਕ ਹੈ, ਕੁਐਸਚਨ ਆ ਸਕਦਾ ਕਿਹੜੇ ਸੂਫੀ ਕਵੀ ਨੂੰ ਬਿਰਹਾ ਦਾ ਕਵੀ ਕਹਿੰਦੇ ਨੇ? ਤਾਂ ਉਹ ਹੈਗਾ ਜੀ ਸ਼ਾਹ ਹੁਸੈਨ। ਇਹਨਾਂ ਦੀ ਕੁੱਲ ਗਿਣਤੀ ਰਚਨਾ ਦੀ ਕਾਫੀਆਂ ਦੀ ਕਿੰਨੀ ਹੈ? 162। ਕਿਉਂ ਕਿਹਾ ਜਾਂਦਾ ਹੈ ਬਿਰਹਾ ਦਾ ਕਵੀ? ਕਿਉਂਕਿ ਉਸਦੀ ਰਚਨਾ ਵਿੱਚ ਵਿਛੋੜੇ ਦੇ ਭਾਵਾਂ ਨੂੰ ਬੜੀ ਸ਼ਿੱਦਤ ਦੇ ਨਾਲ ਪ੍ਰਗਟਾਇਆ ਗਿਆ। ਉਸਦੀ ਲਗਭਗ ਸਾਰੀ ਰਚਨਾ ਇੱਕ ਅਜਿਹੇ ਵਿਜੋਗੇ ਹੋਏ ਮਨੁੱਖ ਦੀ ਮਨੋਦਸ਼ਾ ਨੂੰ ਪੇਸ਼ ਕਰਦੀ ਹੈ ਜੋ ਜ਼ਿੰਦਗੀ ਤੋਂ ਉਪਰਾਮ ਅਤੇ ਨਿਰਾਸ਼ ਹੈ। ਠੀਕ ਹੈ, ਉਸ ਲਈ ਕਿ ਉਹਨਾਂ ਦੀ ਜਿੰਨੀਆਂ ਵੀ ਰਚਨਾਵਾਂ ਨੇ, ਠੀਕ ਹੈ, ਉਸ ਦੇ ਵਿੱਚ ਉਹਨਾਂ ਨੇ ਕੀ ਪ੍ਰਗਟ ਕੀਤਾ ਹੈ? ਉਹਨਾਂ ਨੇ ਆਪਣੇ ਵਿਛੋੜੇ ਦੇ ਭਾਵਾਂ ਨੂੰ ਪ੍ਰਗਟ ਕੀਤਾ ਹੈ। ਠੀਕ ਹੈ, ਇਸ ਕਰਕੇ ਉਸਦੀ ਵੀ ਰਚਨਾ ਹੈਗੀ ਹੈ ਉਹ ਸਾਰੀਆਂ ਕੀ ਨੇ? ਉਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ, ਜਿੰਨੇ ਵੀ ਉਹਦੇ ਰਚਨਾਵਾਂ ਨੇ, ਉਹਨਾਂ ਸਾਰਿਆਂ ਨੂੰ ਵਿਛੋੜੇ ਦੇ ਭਾਵਾਂ ਨਾਲ ਜਿਹੜਾ ਹੈ ਉਹ ਪ੍ਰਗਟਾਇਆ ਗਿਆ ਹੈ। ਇਸ ਕਰਕੇ ਸ਼ਾਹ ਹੁਸੈਨ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿਉਂ ਕਿਹਾ ਜਾਂਦਾ ਹੈ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ, ਦੇਖੋ ਤੁਸੀਂ ਐਗਜ਼ਾਮਪਲ ਵੀ ਦੇਖ ਸਕਦੇ ਹੋ। ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਾਇਓ ਚੈਨ, ਦਗਾਬਾਜ਼ ਸੰਸਾਰ ਤੇ ਗੋਸ਼ਾ ਹੁਸੈਨ। ਠੀਕ ਹੈ, ਤਾਂ ਇੱਥੋਂ ਜਿਹੜੀ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਅੱਗੇ ਵੱਧਦੇ ਹਾਂ ਜੀ। ਤੋਂ ਉਪਰਾਮ ਹੋਣ ਕਾਰਨ ਸ਼ਾਹ ਹੁਸੈਨ ਦੀ ਕਵਿਤਾ ਵਿੱਚ ਨਿੱਜੀ ਦੁੱਖ ਅਤੇ ਦਰਦ ਦੀ ਕੂਕ ਪੁਕਾਰ ਦੀ ਸੁਰ ਜਿਹੜੀ ਆ ਬਹੁਤ ਜ਼ਿਆਦਾ ਤਿੱਖੀ ਹੈ। ਇਹੀ ਕਾਰਨ ਹੈ ਕਿ ਸ਼ਾਹ ਹੁਸੈਨ ਦੀ ਕਵਿਤਾ ਦੇ ਬਿਰਹੋਂ ਦਾ ਬਾਬਾ ਫਰੀਦ ਦੇ ਬਿਰਹਾ ਤੋਂ ਸੁਲਤਾਨ ਦੇ ਸੰਕਲਪ ਨਾਲੋਂ ਫਰਕ ਹੈ। ਸ਼ਾਹ ਹੁਸੈਨ ਦਾ ਬਿਰਹੋਂ ਇੱਕ ਅਜਿਹਾ ਸੰਤਾਪ ਹੈ ਜੋ ਇਕੱਲਾ ਮਨੁੱਖ ਹੀ ਭੋਗਦਾ ਹੈ, ਪਰ ਬਾਬਾ ਫਰੀਦ ਦਾ ਬਿਰਹਾ ਉਹ ਅੱਗ ਹੈ ਜੋ ਘਰ ਵਿੱਚ ਲੱਗਦੀ ਹੈ। ਠੀਕ ਹੈ, ਤਾਂ ਦੋਨੋਂ ਵਿੱਚ ਕੀ ਹੈ? ਡਿਫਰੈਂਸ ਹੈ। ਠੀਕ ਹੈ, ਜਿੱਥੇ ਫਰੀਦ ਜੀ ਆਪਣੇ ਬਿਰਹਾ ਦਾ ਦੁੱਖ ਆਪਣੇ ਰੱਬ ਅੱਗੇ, ਆਪਣੇ ਸੱਚੇ ਸਾਹਿਬ ਅੱਗੇ ਇਹ ਕਹਿ ਕੇ ਫਰੋਲਦੇ ਹਨ, ਉੱਥੇ ਸ਼ਾਹ ਹੁਸੈਨ ਇਸ ਦੁੱਖ ਨੂੰ ਆਪਣੇ ਅੰਦਰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਇੱਥੇ ਦੋਨਾਂ ਦੀ ਜਿਹੜੀ ਰਚਨਾ ਹੈ ਉਹਨਾਂ ਦੋਹਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅੰਤਰ ਨੂੰ ਆਪਾਂ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਭਾਵੇਂ ਸ਼ਾਹ ਹੁਸੈਨ ਉਹ ਕਹਿੰਦਾ ਹੈ ਕਿ ਜਿਹੜਾ ਮੇਰਾ ਵਿਸ਼ਵਾਸ ਹੈ ਉਸਦੀ ਡੋਰੀ ਵੀ ਜਿਹੜੀ ਹੈ ਰੱਬ ਦੇ ਹੱਥ 'ਤੇ ਹੈ, ਤਾਂ ਹੀ ਉਸਨੇ ਜਿਹੜੀ ਹੈ ਇਹ ਕਾਫੀ ਲਿਖੀ ਹੈ, ਰੱਬਾ ਮੇਰੇ ਹਾਲ ਦਾ ਮਹਿਰਮ ਤੂੰ। ਠੀਕ ਹੈ, ਪਰ ਰੱਬ ਤੋਂ ਦੂਰੀ ਹੀ ਉਸ ਅੰਦਰ ਇੱਕ ਤੜਪ ਦਾ ਅਹਿਸਾਸ ਪੈਦਾ ਕਰਦੀ ਹੈ। ਇਸ ਤੜਪ ਦਾ ਕਾਰਨ ਜੋ ਸ਼ਾਹ ਹੁਸੈਨ ਦੀ ਕਵਿਤਾ ਵਿੱਚੋਂ ਲੱਭਦਾ ਹੈ ਉਹ ਹੈ ਸਿਧਾਂਤਕ ਅਤੇ ਬੌਧਿਕ। ਸ਼ਾਹ ਹੁਸੈਨ ਦੇ ਕਿ ਅਸਲ ਵਿੱਚ ਸ਼ਾਹ ਹੁਸੈਨ ਅਨੁਭਵੀ ਸੂਫੀ ਹੈ ਅਤੇ ਸੂਫੀ ਸਿਧਾਂਤ ਦੀ ਓਟ ਲੈ ਕੇ ਵੀ ਚੱਲਦਾ ਹੈ, ਪਰ ਵਿਹਾਰਕ ਪੱਧਰ ਉੱਤੇ ਸ਼ਾਹ ਹੁਸੈਨ ਬਾਬਾ ਫਰੀਦ ਵਾਂਗ ਨਮਾਜ਼ ਦੇ ਹੱਕ ਵਿੱਚ ਨਹੀਂ, ਸਗੋਂ ਉਹ ਸ਼ਰਅ ਦਾ ਵਿਰੋਧੀ ਹੈ।
ਠੀਕ ਹੈ। ਤਾਂ ਵੀ ਆਪਣੇ ਬੁਨਿਆਦੀ ਸੰਕਲਪਾਂ ਵਿੱਚ ਉਹ ਸੂਫੀ ਵਿਚਾਰਧਾਰਾ ਨਾਲ ਗੰਭੀਰਤਾ ਨਾਲ ਜੁੜਿਆ ਹੋਇਆ ਹੈ। ਸਿਧਾਂਤ ਦੇ ਅਮਲ ਦਾ ਤਣਾਅ ਉਸ ਅੰਦਰ ਦੁਨੀਆ ਤੋਂ ਸੰਕੋਚ ਅਤੇ ਸੱਚ ਨਾਲ ਸੁਮੇਲ ਦੀ ਰੁਚੀ ਨੂੰ ਜਗਾਉਂਦਾ ਹੈ। ਉਸ ਤੋਂ ਬਾਅਦ ਅੱਗੇ ਦੇਖੋ, ਜੇਕਰ ਉਹਨਾਂ ਦੇ ਰੂਪਕ ਪੱਖ ਦੀ ਗੱਲ ਕਰੀਏ ਤਾਂ ਸ਼ਾਹ ਹੁਸੈਨ ਦੀ ਰਚਨਾ ਦੀ ਬੋਲੀ ਕੇਂਦਰੀ ਪੰਜਾਬੀ ਹੈ। ਉਹ ਮੱਧ ਕਾਲ ਦੇ ਉਹਨਾਂ ਕਵੀਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਆਧੁਨਿਕ ਮੁਹਾਂਦਰਾ ਪ੍ਰਦਾਨ ਕਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਯੋਗਦਾਨ ਪਾਇਆ। ਉਸ ਦੀ ਭਾਸ਼ਾ ਵਿੱਚ ਲੋਕ ਗੀਤਾਂ ਵਰਗੀ ਸਾਦਗੀ ਅਤੇ ਸੰਗੀਤਕਤਾ ਦੇਖਣ ਨੂੰ ਮਿਲਦੀ ਹੈ। ਇਹ ਸਾਰੀ ਰਚਨਾ ਕਾਫੀ ਰੂਪ ਵਿੱਚ ਹੈ ਅਤੇ ਕਾਫੀ ਇੱਕ ਗਾਇਆ ਜਾ ਸਕਣ ਵਾਲਾ ਕਾਵਿ ਰੂਪ ਹੈ। ਠੀਕ ਹੈ, ਕਾਫੀ ਕੀ ਹੁੰਦਾ ਹੈ ਜੀ, ਇੱਕ ਗਾਇਆ ਜਾ ਸਕਣ ਵਾਲਾ ਕਾਵਿ ਰੂਪ। ਠੀਕ ਹੈ ਜੀ, ਉਸੇ ਰੂਪ ਦੇ ਵਿੱਚ ਜਿਹੜੀ ਹੈ ਸ਼ਾਹ ਹੁਸੈਨ ਨੇ ਰਚਨਾ ਕੀਤੀ ਹੈ। ਇਸ ਲਈ ਸ਼ਾਹ ਹੁਸੈਨ ਦੀਆਂ ਕਾਫੀਆਂ ਸਰੋਦੀ ਕਾਵਿ ਦਾ ਉੱਤਮ ਨਮੂਨਾ ਹਨ। ਇਸ ਦੇ ਨਾਲ ਹੀ ਇਹ ਰਚਨਾ ਦੀ ਕਾਵਿ ਸੁੰਦਰਤਾ ਦੇ ਵਿੱਚ ਵੀ ਜਿਹੜੀ ਹੈ ਉਹ ਵਾਧਾ ਕਰਦੇ ਹਨ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਐਗਜ਼ਾਮਪਲ ਦੇ ਕੇ ਪੁੱਛਿਆ ਵੀ ਜਾ ਸਕਦਾ ਹੈ ਕਿ ਇਹ ਰਚਨਾ ਕਿਸ ਦੀ ਹੈ, ਤਾਂ ਤੁਸੀਂ ਇਸ ਨੂੰ ਜਿਹੜਾ ਮੇਨ ਹੈਗਾ ਇਸ ਨੂੰ ਜ਼ਰੂਰ ਇੱਕ ਵਾਰੀ ਕਵਰ ਕਰ ਲੈਣਾ। ਸ਼ਾਹ ਹੁਸੈਨ ਪੰਜਾਬੀ ਦਾ ਪਹਿਲਾ ਸ਼ਾਇਰ ਹੈ ਜਿਸ ਨੇ ਪੰਜਾਬੀ ਸੱਭਿਆਚਾਰ ਦੇ ਪ੍ਰੀਤ ਨਾਇਕਾਂ ਯਾਨੀ ਕਿ ਹੀਰ ਰਾਂਝਾ ਸੋਹਣੀ ਮਹਿਵਾਲ ਜਿੰਨੇ ਵੀ ਪੰਜਾਬੀ ਸੱਭਿਆਚਾਰ ਦੇ ਪ੍ਰੀਤ ਨਾਇਕ ਹੋਏ ਨੇ ਉਹਨਾਂ ਨੂੰ ਰੱਬ ਅਤੇ ਮਨੁੱਖ ਜਾਂ ਮੁਰਸ਼ਦ ਅਤੇ ਮੁਰੀਦ ਦੀ ਸਾਂਝ ਦੇ ਪ੍ਰਤੀਕ ਬਣਾ ਕੇ ਜਿਹੜਾ ਹੈ ਉਹ ਪੇਸ਼ ਕੀਤਾ ਹੈ। ਠੀਕ ਹੈ, ਆਪਣੇ ਕੋਲ ਕਾਫੀ ਹੈ, ਨਦੀਓ ਪਾਰ ਰਾਂਝਣ ਦਾ ਠਾਣਾ ਕੀਤਾ ਕੋਲ ਜ਼ਰੂਰੀ ਜਾਣਾ। ਇਹ ਜ਼ਰੂਰ ਨੋਟ ਕਰ ਲਿਓ, ਐਗਜ਼ਾਮਪਲ ਦੇ ਕੇ ਜਿਹੜਾ ਪੁੱਛਿਆ ਜਾ ਸਕਦਾ ਹੈ ਕਿ ਕਿਸ ਦੀ ਰਚਨਾ ਹੈ। ਠੀਕ ਹੈ ਜੀ, ਦੇ ਵਿੱਚ ਆਪਾਂ ਨੂੰ ਇਸ ਦੀ ਬੇਸਿਕ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ਾਹ ਹੁਸੈਨ ਦੀ ਰਚਨਾ ਵਿਚਲਾ ਸਰੋਦੀ ਅੰਸ਼ ਸੱਭਿਆਚਾਰਕ ਅਮੀਰੀ ਅਤੇ ਭਾਸ਼ਾਈ ਸੁੰਦਰਤਾ ਇਸ ਨੂੰ ਉੱਤਮ ਕਾਵਿ ਦਾ ਜਿਹੜਾ ਦਰਜਾ ਦਿੰਦੇ ਹਨ। ਠੀਕ ਹੈ, ਤਾਂ ਦੇਖੋ ਮੇਨ ਚੀਜ਼ਾਂ ਜਿਹੜੀਆਂ ਇਸ ਪੈਰੇ ਦੇ ਵਿੱਚ ਨੋਟ ਕਰਨ ਵਾਲੀਆਂ ਕੀ ਨੇ ਕਿ ਜਿਹੜਾ ਸ਼ਾਹ ਹੁਸੈਨ ਹੈ ਉਸਨੂੰ ਬਿਰਹਾ ਦਾ ਕਵੀ ਕਹਿੰਦੇ ਨੇ। ਠੀਕ ਹੈ, 162 ਰਚਨਾਵਾਂ ਨੇ, ਕਾਫੀਆਂ ਦੇ ਰੂਪ ਵਿੱਚ ਨੇ। ਠੀਕ ਹੈ, 2-3 ਚੀਜ਼ਾਂ ਜਿਹੜੀਆਂ ਨੇ ਨੋਟ ਕਰਨ ਵਾਲੀਆਂ ਨੇ। ਉਸ ਤੋਂ ਬਾਅਦ ਇੱਥੇ ਦੇਖੋ ਸ਼ਾਹ ਹੁਸੈਨ ਪਹਿਲੇ ਸੂਫੀ ਕਵੀ ਹੋਏ ਨੇ ਜਿਨ੍ਹਾਂ ਨੇ ਸ਼ਰਾਧੀਆ ਰੂੜੀਵਾਦੀ ਪਾਬੰਦੀਆਂ ਤੋਂ ਬਗਾਵਤ ਕੀਤੀ। ਇਹ ਜ਼ਰੂਰ ਨੋਟ ਕਰ ਲੈਣਾ, ਕੁਐਸਚਨ ਆ ਸਕਦਾ ਹੈ। ਠੀਕ ਹੈ, ਕਿ ਕਿਹੜਾ ਸੂਫੀ ਕਵੀ ਹੋਇਆ ਜਿਸ ਨੇ ਸ਼ਰਾਧੀਆਂ ਪਾਬੰਦੀਆਂ ਦਾ ਜਿਹੜਾ ਵਿਰੋਧ ਕੀਤਾ ਸੀ, ਇਹ ਜ਼ਰੂਰ ਨੋਟ ਕਰ ਲੈਣਾ। ਠੀਕ ਹੈ, ਉਹ ਜਿਹੜੇ ਨੇ ਮਸਤ ਮਲੰਗ ਤਬੀਅਤ ਦੇ ਮਨੁੱਖ ਸਨ। ਆਪ ਨੇ ਆਪਣੀਆਂ ਰਚਨਾਵਾਂ ਵਿੱਚ ਮੁਰਸ਼ਦ ਪ੍ਰੇਮ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਆਪ ਦੀ ਰਚਨਾ ਰਾਗਾਂ ਵਿੱਚ ਹੋਣ ਕਰਕੇ ਗਾਈ ਜਾ ਸਕਦੀ ਹੈ। ਬੋਲੀ ਜਿਹੜੀ ਹੈ ਸਰਲ ਸਾਦਾ ਅਤੇ ਠੇਠ ਹੈ। ਬੋਲੀ ਉੱਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਹੈ। ਕਾਫੀਆਂ ਵਿੱਚ ਗੁਰਬਾਣੀ ਦੀ ਸ਼ੈਲੀ ਅਤੇ ਅਲੰਕਾਰਾਂ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਤਾਂ ਇਹ ਜਿਹੜੀ PSCB ਬੋਰਡ ਦੀ ਬੁੱਕ ਹੈ, ਠੀਕ ਹੈ, ਇਸ ਦੇ ਵਿੱਚ ਆਪਾਂ ਨੂੰ ਉਹਨਾਂ ਦੀਆਂ 6 ਕਾਫੀਆਂ ਦਿੱਤੀਆਂ ਗਈਆਂ ਨੇ। ਠੀਕ ਹੈ, ਕੁਛ ਚੀਜ਼ਾਂ ਹੋਰ ਨੋਟ ਕਰਨ ਵਾਲੀਆਂ ਨੇ, 1-2 ਉਹ ਵੀ ਜ਼ਰੂਰ ਨੋਟ ਕਰੋ। ਠੀਕ ਹੈ, ਸ਼ਾਹ ਹੁਸੈਨ ਜਿਹੜਾ ਕਿਸ ਨਾਂ ਨਾਲ ਪ੍ਰਸਿੱਧ ਸੀ, ਤਾਂ ਉਹ ਜਿਹੜਾ ਸ਼ਾਹ ਹੁਸੈਨ ਹੈ ਉਹ ਹੈਗਾ ਸੀ ਜੀ ਮਾਧੋ ਲਾਲ ਹੁਸੈਨ ਦੇ ਨਾਮ ਨਾਲ ਪ੍ਰਸਿੱਧ। ਠੀਕ ਹੈ, ਇਹ ਇੰਪੋਰਟੈਂਟ ਹੈ, ਇਸ ਨੂੰ ਜ਼ਰੂਰ ਨੋਟ ਕਰ ਲਿਓ। ਮਾਧੋ ਲਾਲ ਹੁਸੈਨ ਨਾਂ ਦੇ ਨਾਲ ਪ੍ਰਸਿੱਧ ਜਿਹੜਾ ਹੈ ਸ਼ਾਹ ਹੁਸੈਨ ਸੀ। ਹੁਸੈਨ ਦੇ ਜਿਹੜੇ ਪਿਤਾ ਸਨ ਸ਼ੇਖ ਉਸਮਾਨ, ਉਹ ਕਾਹਦਾ ਕੰਮ ਕਰਦੇ ਸਨ, ਤਾਂ ਉਹ ਕਰਦੇ ਸੀ ਜੀ ਕੱਪੜੇ ਬੁਣਨ ਦਾ ਕੰਮ। ਠੀਕ ਹੈ, ਕੱਪੜੇ ਬੁਣਨ ਦਾ ਕੰਮ ਕਰਦੇ ਸੀ ਕੌਣ, ਸ਼ਾਹ ਹੁਸੈਨ ਦੇ ਪਿਤਾ ਜੀ। ਇਹ 2 ਚੀਜ਼ਾਂ ਨੋਟ ਕਰ ਲੈਣਾ। ਪਹਿਲਾ ਸੀ ਕਿ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਪ੍ਰਸਿੱਧ ਨੇ ਉਹ, ਅਤੇ ਪਿਤਾ ਜਿਹੜੇ ਨੇ ਕੱਪੜੇ ਬੁਣਨ ਦਾ ਕੰਮ ਕਰਦੇ ਨੇ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕਾਫੀਆਂ ਨੇ, ਜਿੰਨੀਆਂ ਵੀ ਉਹਨਾਂ ਦੀਆਂ ਰਚਨਾਵਾਂ ਨੇ ਕਾਹਦੇ ਵਿੱਚ ਨੇ, ਕਾਫੀਆਂ ਦੇ ਵਿੱਚ ਨੇ। ਤਾਂ ਜਿਹੜੀ ਉਹਨਾਂ ਦੀ ਸਾਰੀਆਂ ਕਾਫੀਆਂ ਨੇ ਉਹ ਇੱਕ ਜਗ੍ਹਾ ਇਕੱਠੀਆਂ ਕੀਤੀਆਂ ਗਈਆਂ ਨੇ। ਉਹਨਾਂ ਦਾ ਜਿਹੜਾ ਸੰਗ੍ਰਹਿ ਹੈ, ਠੀਕ ਹੈ, ਜਿੰਨਾ ਵੀ ਉਹਨਾਂ ਦਾ ਸਮੂਹ ਇਕੱਠਿਆਂ ਕਰਕੇ ਸੰਗ੍ਰਹਿ ਹੈ ਜਿਹੜਾ, ਉਹ ਕਿਹੜੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ, ਤਾਂ ਉਹ ਕੀਤਾ ਗਿਆ ਜੀ ਕਲਾਮ ਸ਼ਾਹ ਹੁਸੈਨ। ਠੀਕ ਹੈ, ਕਲਾਮ ਸ਼ਾਹ ਹੁਸੈਨ ਇੰਪੋਰਟੈਂਟ ਹੈ। ਠੀਕ ਹੈ, ਤਾਂ ਜਿਹੜਾ ਸ਼ਾਹ ਹੁਸੈਨ ਹੈ ਉਸਦੀ ਕਾਫੀਆਂ ਦਾ ਸੰਗ੍ਰਹਿ ਕਲਾਮ ਸ਼ਾਹ ਹੁਸੈਨ ਨਾਮ ਦੇ ਨਾਲ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ 3-4 ਚੀਜ਼ਾਂ ਜ਼ਰੂਰ ਆਪਣੀ ਕਾਪੀ ਦੇ ਨਾਲ ਨੋਟ ਕਰ ਲੈਣਾ। ਠੀਕ ਹੈ ਜੀ, ਹੁਣ ਆਪਾਂ ਉਹਨਾਂ ਦੀਆਂ ਕਾਫੀਆਂ ਬਾਰੇ ਪੜ੍ਹਦੇ ਹਾਂ। ਦੇਖੋ ਕਾਫੀਆਂ ਦੇ ਵਿੱਚੋਂ ਵੀ ਕੁਐਸਚਨ ਜ਼ਰੂਰ ਬਣ ਸਕਦਾ ਹੈ, ਜਿਵੇਂ ਕਿ ਦੇਖੋ 66, 35 ਅਤੇ 23 ਚੋਣ ਦਾ ਪੇਪਰ ਤੁਸੀਂ ਦੇਖਿਆ ਹੋਏਗਾ। ਉਸ ਦੇ ਵਿੱਚ ਵੀ ਇੱਕ ਕੁਐਸਚਨ ਆਇਆ ਸੀ, ਉਸ ਦੇ ਵਿੱਚ 2 ਤੁਕਾਂ ਦੇ ਕੇ ਪੁੱਛਿਆ ਗਿਆ ਸੀ ਕਿ ਇਹ ਰਚਨਾ ਕਿਸ ਦੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਤਾਂ ਹੁਣ ਇਹਨਾਂ ਬਾਰੇ ਕੁਝ ਕੁਐਸਚਨ ਕਵਰ ਕਰਾਂਗੇ, ਨਾਲ ਦੀ ਨਾਲ ਇਹਨਾਂ ਦੀਆਂ ਕਾਫੀਆਂ ਬਾਰੇ ਵੀ ਆਪਾਂ ਜਿਹੜਾ ਹੈ ਉਹ ਪੜਾਂਗੇ। ਠੀਕ ਹੈ, ਵੈਰੀ ਇੰਪੋਰਟੈਂਟ ਨੇ, ਜ਼ਰੂਰ ਤੁਸੀਂ ਨਾਲ ਕੁਐਸਚਨਸ ਜਿਹੜੇ ਨੇ ਉਹ ਕਵਰ ਕਰਿਓ। ਤਾਂ ਪਹਿਲਾ ਕੁਐਸਚਨ ਹੈ ਆਪਣੇ ਕੋਲ, ਸ਼ਾਹ ਹੁਸੈਨ ਦਾ ਜਨਮ ਕਦੋਂ ਹੋਇਆ, ਤਾਂ ਉਹਨਾਂ ਦਾ ਜਨਮ ਹੋਇਆ ਸੀ ਜੀ 1539 ਈਸਵੀ ਦੇ ਵਿੱਚ। ਠੀਕ ਹੈ ਜੀ, ਜ਼ਰੂਰ ਨੋਟ ਕਰ ਲੈਣਾ, ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਹੈ, ਸ਼ਾਹ ਹੁਸੈਨ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ, ਤਾਂ ਇਹ ਕੀਤੀ ਸੀ ਜੀ 162 ਕਾਫੀਆਂ ਦੀ। ਠੀਕ ਹੈ, ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਸੀ, ਤਾਂ 162 ਕਾਫੀਆਂ ਦੀ ਜਿਹੜੀ ਹੈ ਸ਼ਾਹ ਹੁਸੈਨ ਦੇ ਦੁਆਰਾ ਰਚਨਾ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਸ਼ਾਹ ਹੁਸੈਨ ਕਿਸ ਗੁਰੂ ਦੇ ਸਮਕਾਲੀ ਸੀ, ਤਾਂ ਉਹ ਹੈਗੇ ਸੀ ਜੀ ਗੁਰੂ ਅਰਜਨ ਦੇਵ ਜੀ। ਕੁਐਸਚਨ ਆ ਸਕਦਾ ਹੈ ਕਿ ਜਿਹੜਾ ਸ਼ਾਹ ਹੁਸੈਨ ਉਹ ਸਿੱਖਾਂ ਦੇ ਕਿੰਨਵੇਂ ਗੁਰੂ ਦੇ ਸਮਕਾਲੀ ਸਨ, ਜਾਂ ਕਿਹੜੇ ਗੁਰੂ ਦੇ ਸਮੇਂ ਦਾ ਉਹਨਾਂ ਨੇ ਜਿਹੜੀ ਰਚਨਾ ਕੀਤੀ, ਤਾਂ ਉਸਦਾ ਆਨਸਰ ਹੋਊਗਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ। ਠੀਕ ਹੈ ਜੀ,
ਨੈਕਸਟ ਕੁਐਸਚਨ ਹੈ ਆਪਣੇ ਕੋਲ, ਸ਼ਾਹ ਹੁਸੈਨ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਸੀ? ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਸ਼ਾਹ ਹੁਸੈਨ ਹੈ ਉਸਨੂੰ ਜਿਹੜਾ ਹੈ ਆਪਣੇ ਕੋਲ ਕਿ ਜਿਹੜਾ ਸ਼ਾਹ ਹੁਸੈਨ ਹੈ ਉਸਨੂੰ ਉਪਾਧੀ ਮਿਲੀ ਹੋਈ ਸੀ। ਕਾਹਦੀ ਉਪਾਧੀ ਮਿਲੀ ਸੀ? ਕਿ ਹਾਫਿਜ਼ ਦੀ ਉਪਾਧੀ ਮਿਲੀ ਹੋਈ ਸੀ। ਕਿਉਂ ਮਿਲੀ ਸੀ? ਕਿਉਂਕਿ ਉਸਨੂੰ ਜਿਹੜਾ ਕੁਰਾਨ ਸ਼ਰੀਫ ਹੈ ਉਹ ਮੂੰਹ ਜ਼ੁਬਾਨੀ ਯਾਦ ਸੀ। ਠੀਕ ਹੈ, ਤਾਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਉਸਨੇ ਯਾਦ ਕਰ ਲਿਆ ਸੀ? ਤਾਂ ਉਹ 7 ਸਾਲ ਦੀ ਉਮਰ ਦੇ ਵਿੱਚ ਕਰ ਲਿਆ ਸੀ। ਕਿੰਨੇ ਸਾਲ ਦੀ ਉਮਰ ਦੇ ਵਿੱਚ? ਸਿਰਫ ਔਰ ਸਿਰਫ 7 ਸਾਲ ਦੀ ਉਮਰ ਦੇ ਵਿੱਚ ਉਸਨੇ ਜਿਹੜਾ ਉਸਨੂੰ ਮੂੰਹ ਜ਼ੁਬਾਨੀ ਜਿਹੜਾ ਯਾਦ ਕਰ ਲਿਆ ਸੀ। ਇਸੇ ਕਰਕੇ ਉਸਨੂੰ ਜਿਹੜੀ ਆ ਹਾਫਿਜ਼ ਦੀ ਉਪਾਧੀ ਮਿਲੀ ਸੀ। ਨੈਕਸਟ ਕੁਐਸਚਨ ਹੈ ਜੀ, ਸ਼ਾਹ ਹੁਸੈਨ ਮਨੁੱਖ ਦੀ ਦੇਹੀ ਨੂੰ ਕਿਸ ਦੇ ਨਾਲ ਤੁਲਨਾ ਦਿੰਦਾ ਹੈ? ਤਾਂ ਉਹ ਦਿੰਦਾ ਹੈ ਜੀ ਢਲਦੇ ਪਰਛਾਵੇਂ ਦੇ ਨਾਲ। ਇਹ ਕੁਐਸਚਨ ਕਿੱਥੋਂ ਆਇਆ ਹੈ? ਇਹ ਕੁਐਸਚਨ ਆਇਆ ਜੀ ਉਹਨਾਂ ਦੀ ਰਚਨਾ ਦੇ ਵਿੱਚੋਂ। ਆਪਾਂ ਉਹਨਾਂ ਦੀ ਕਾਫੀ ਪੜ੍ਹਦੇ ਹਾਂ, ਉਸ ਦੇ ਵਿੱਚ ਤੁਹਾਨੂੰ ਦਿਖਾਊਂਗੀ ਕਿ ਇਹ ਜਿਹੜਾ ਕੁਐਸਚਨ ਹੈ ਕਿੱਥੋਂ ਆਇਆ ਹੈ। ਠੀਕ ਹੈ, ਤਾਂ ਇਸ ਕੁਐਸਚਨ ਦਾ ਆਨਸਰ ਹੈ ਜੀ ਢਲਦੇ ਪਰਛਾਵੇਂ ਦੇ ਨਾਲ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਇੱਥੇ ਰਹਿਣਾ ਨਾ ਹੀ ਕਾਫੀ ਕਿਸ ਨੂੰ ਸੰਬੋਧਿਤ ਹੈ? ਕਿਸ ਨੂੰ ਸੰਬੋਧਿਤ ਹੈ? ਤਾਂ ਉਹਦੇ ਵਿੱਚ ਆਪਾਂ ਨੂੰ PSCB ਬੋਰਡ ਦੀਆਂ 6 ਕਾਫੀਆਂ ਦਿੱਤੀਆਂ ਗਈਆਂ ਨੇ। ਉਹਨਾਂ ਵਿੱਚੋਂ ਇੱਕ ਕਾਫੀ ਹੈਗੇ ਜੀ ਇੱਥੇ ਰਹਿਣਾ ਨਹੀਂ। ਮੈਂ ਤੁਹਾਨੂੰ ਦਿਖਾਉਂਦੀ ਹਾਂ ਸਟੈਪ ਬਾਈ ਸਟੈਪ। ਠੀਕ ਹੈ, ਉਹ ਕਾਫੀ ਕਿਸ ਨੂੰ ਸੰਬੋਧਿਤ ਹੈ? ਤਾਂ ਉਹ ਸੰਬੋਧਿਤ ਹੈਗੀ ਹੈ ਜੀ ਮਨੁੱਖ ਨੂੰ। ਠੀਕ ਹੈ, ਦੇਖ ਸਕਦੇ ਹੋ ਕਾਫੀ ਦਾ ਨਾਮ ਹੈਗਾ ਜੀ ਇੱਥੇ ਰਹਿਣਾ ਨਹੀਂ। ਠੀਕ ਹੈ, ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸਨੇ ਕੀ ਕਿਹਾ ਗਿਆ। ਉਸਨੇ ਕਿਹਾ ਹੈ ਕਿ ਇੱਥੇ ਰਹਿਣਾ ਨਾ ਹੀ ਕੋਈ ਬਾਤ ਚੱਲਣ ਦੀ ਕਰਵੋ, ਵੱਡੇ ਉੱਚੇ ਮਹਿਲ ਉਸਾਰਿਓ ਗੌਰ ਨਿਮਾਣੀ ਕਰਵੋ। ਗੌਰ ਕੀ ਹੁੰਦਾ ਹੈ? ਕਬਰ। ਠੀਕ ਹੈ, ਤਾਂ ਸ਼ਾਹ ਹੁਸੈਨ ਕਹਿੰਦਾ ਹੈ ਕਿ ਇਹ ਜਿਹੜੀ ਸੰਸਾਰ ਹੈ ਇਹ ਨਾਸ਼ਵਾਨ ਹੈ। ਇੱਥੇ ਜਿਹੜੇ ਵੱਡੇ ਵੱਡੇ ਮਹਿਲ ਉਸਾਰੇ ਗਏ ਨੇ ਇਹ ਅਸਲੀ ਘਰ ਨਹੀਂ ਹੈਗਾ। ਅਸਲੀ ਘਰ ਕੀ ਹੈ? ਗੌਰ ਹੈ। ਗੌਰ ਕੀ ਹੁੰਦੀ ਹੈ? ਕਬਰ। ਕੀ ਹੁੰਦੀ ਹੈ? ਕਬਰ। ਕੇ ਅਸਲੀ ਘਰ ਕੀ ਹੈ? ਕਬਰ ਹੈ, ਇਹ ਕਿਹਾ ਗਿਆ ਹੈ। ਠੀਕ ਹੈ, ਜਿਸ ਦੇ ਹੀਦਾ ਤੂੰ ਮਾਣ ਕਰੇਨਾ ਜਿਉਂ ਪਰਛਾਵੇਂ ਢਰਵੋ। ਆ ਤੁਸੀਂ ਦੇਖ ਸਕਦੇ ਹੋ ਕਿ ਕਾਹਦੇ ਨਾਲ ਤੁਲਨਾ ਕੀਤੀ ਗਈ ਹੈ? ਮਨੁੱਖ ਸਰੀਰ ਹੈ ਉਸਦੀ ਤੁਲਨਾ ਕਾਹਦੇ ਨਾਲ ਕੀਤੀ ਗਈ ਹੈ? ਤਾਂ ਉਹ ਕੀਤੀ ਗਈ ਹੈ ਪਰਛਾਵੇਂ ਦੇ ਨਾਲ। ਸ਼ਾਹ ਹੁਸੈਨ ਕਹਿੰਦਾ ਹੈ ਕਿ ਜਿਸ ਤਰ੍ਹਾਂ ਪਰਛਾਵਾਂ ਢਲ ਜਾਂਦਾ ਹੁੰਦਾ ਹੈ ਇਸੇ ਤਰ੍ਹਾਂ ਤੇਰੀ ਦੇਹ ਨੇ ਜਿਹੜਾ ਹੈ ਢਲ ਜਾਣਾ ਹੈ। ਠੀਕ ਹੈ, ਛੋੜ ਤ੍ਰਿਖਾਏ ਪਕੜ ਹਲੀਮੀ ਭੈਹਾਂ ਸਾਹਿਬ ਥੀ ਡਰਵੋ, ਕਹੇ ਹੁਸੈਨ ਹਯਾਤੀ ਲੋੜ ਹੈ ਤਾਂ ਮਰਨ ਥੀ ਅੱਗੇ ਮਰਵੋ। ਠੀਕ ਹੈ, ਛੋੜ ਤ੍ਰਿਖਾਏ ਮਤਲਬ ਕਿ ਅਹੰਕਾਰ ਛੱਡ ਦੇ, ਪਕੜ ਹਲੀਮੀ ਕਿਸ ਨੂੰ ਆਪਣਾ? ਨਿਮਰਤਾ ਨੂੰ ਆਪਣਾ। ਠੀਕ ਹੈ, ਭੈਂ ਸਾਹਿਬ ਥੀ ਡਰਵੋ ਕਿ ਪਰਮਾਤਮਾ ਦਾ ਜਿਹੜਾ ਡਰ ਹੈ ਉਹ ਆਪਣੇ ਅੰਦਰ ਪੈਦਾ ਕਰ। ਠੀਕ ਹੈ, ਉਸਦੀ ਜਿਹੜੀ ਹੈ ਨਾਮ ਭਗਤੀ ਹੈ ਉਹ ਜ਼ਰੂਰ ਕਰੋ। ਇਹ ਚੀਜ਼ ਉਸਨੇ ਜਿਹੜੀ ਹੈ ਕਹੀ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਲਾਸਟ ਲਾਈਨ ਦੇ ਵਿੱਚ ਕਿਹਾ ਹੈ ਕਹੇ ਹੁਸੈਨ ਹਯਾਤੀ ਲੋੜ ਹੈ। ਹਯਾਤੀ ਕੀ ਹੁੰਦਾ? ਜ਼ਿੰਦਗੀ। ਉਹ ਕਹਿੰਦਾ ਹੈ ਕਿ ਜੇਕਰ ਤੂੰ ਜ਼ਿੰਦਗੀ ਨੂੰ ਚਾਹੁੰਦਾ ਹੈ ਤਾਂ ਮਰਨ ਥੀ ਅੱਗੇ ਮਰਵੋ, ਤਾਂ ਤੈਨੂੰ ਮੌਤ ਆਉਣ ਤੋਂ ਪਹਿਲਾਂ ਆਪਣੇ ਅੰਦਰ ਦਾ ਜਿਹੜਾ ਹਉਮੈ ਆਪਣਾ ਅਹੰਕਾਰ ਹੈ ਉਹ ਮਾਰ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ਜਿਹੜਾ ਤੂੰ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਕੇ ਜਿਹੜਾ ਹੈ ਉਹ ਅਮਰ ਹੋ ਜਾਏਗਾ। ਠੀਕ ਹੈ, ਤਾਂ ਇਸ ਦਾ ਮਤਲਬ ਇਹ ਹੈ। ਵੈਰੀ ਵੈਰੀ ਇੰਪੋਰਟੈਂਟ ਹੈ, ਕਿਸੇ ਇੱਥੇ ਰਹਿਣਾ ਨਹੀਂ। ਠੀਕ ਹੈ, ਤਾਂ ਇਸੇ ਤਰ੍ਹਾਂ ਦੇ ਕੁਐਸਚਨ ਬਣਨਗੇ ਆਪਣੇ ਕੋਲ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਤਾਂ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਸ਼ਾਹ ਹੁਸੈਨ ਮਨੁੱਖ ਨੂੰ ਕਿਸ ਦੇ ਭੈ ਤੋਂ ਡਰਨ ਲਈ ਕਹਿੰਦਾ ਹੈ? ਤਾਂ ਕਿਸ ਦੇ ਭੈ ਤੋਂ ਡਰਨ ਲਈ ਕਹਿ ਰਿਹਾ ਸੀ? ਰੱਬ ਦੇ। ਠੀਕ ਹੈ, ਉਸ ਤੋਂ ਬਾਅਦ ਹੈ ਸ਼ਾਹ ਹੁਸੈਨ ਅਨੁਸਾਰ ਮਨੁੱਖ ਨੂੰ ਅਡੰਬਰ ਤਿਆਗ ਕੇ, ਅਹੰਕਾਰ ਤਿਆਗ ਕੇ ਕੀ ਧਾਰਨ ਕਰਨਾ ਚਾਹੀਦਾ ਹੈ? ਤਾਂ ਧਾਰਨ ਕਰਨੀ ਚਾਹੀਦੀ ਹੈ ਜੀ ਨਿਮਰਤਾ। ਠੀਕ ਹੈ, ਨਿਮਰਤਾ ਜਿਹੜੀ ਹੈ ਮਨੁੱਖ ਨੂੰ ਧਾਰਨ ਕਰਨੀ ਚਾਹੀਦੀ ਹੈ, ਅਪਣਾਉਣੀ ਚਾਹੀਦੀ ਹੈ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਕਵੀ ਕਹਿ ਭਾਗੇ ਦੀ ਮੂਲੀ ਕਹਿ ਕੇ ਆਪਣੀ ਹਸਤੀ ਨੂੰ ਕੀ ਸਮਝਦਾ ਹੈ? ਕਹਿ ਭਾਗੇ ਦੀ ਮੂਲੀ ਕੀ ਹੈ? ਇਹ ਹੈਗੀ ਹੈ ਜੀ ਇੱਕ ਕਾਫੀ ਜਿਸ ਦਾ ਨਾਮ ਹੈਗਾ ਹੈ ਕਹਿ ਭਾਗੇ ਦੀ ਮੂਲੀ। ਠੀਕ ਹੈ, ਉਸ ਦੇ ਵਿੱਚ ਜਿਹੜਾ ਉਸਨੇ ਸ਼ਾਹ ਹੁਸੈਨ ਨੇ ਕੀ ਕਿਹਾ ਹੈ? ਉਸਨੇ ਆਪਣੀ ਹਸਤੀ ਨੂੰ ਜਿਹੜਾ ਹੈ ਉਹ ਤੁੱਛ ਸਮਝਿਆ ਹੈ। ਠੀਕ ਹੈ, ਠੀਕ ਹੈ, ਤਾਂ ਇਸ ਦੇ ਵਿੱਚ ਜਿਹੜਾ ਸ਼ਾਹ ਹੁਸੈਨ ਆ ਉਹ ਕਹਿੰਦਾ ਹੈ ਕਿ ਜਿਹੜੀ ਤੇਰੀ ਹਸਤੀ ਆ ਉਹ ਤੁੱਛ ਹੈ। ਠੀਕ ਹੈ, ਨਾ ਮਾਤਰ ਹੈ। ਦਾ ਸਿਰਲੇਖ ਹੈਗਾ ਜੀ ਆਪਣੇ ਕੋਲ ਕਹਿ ਭਾਗੇ ਦੀ ਮੂਲੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜ਼ਰੂਰ ਬਣੇਗਾ ਕਿ ਕਹਿ ਭਾਗੇ ਦੀ ਮੂਲੀ ਕਿਹੜੇ ਸੂਫੀ ਕਵੀ ਦੀ ਰਚਨਾ ਹੈ? ਤਾਂ ਇਹ ਕਿਸ ਦੀ ਰਚਨਾ ਹੈ ਜੀ? ਸ਼ਾਹ ਹੁਸੈਨ ਦੀ। ਠੀਕ ਹੈ, ਤਾਂ ਪਹਿਲੀ ਲਾਈਨ ਦੇਖੋ ਆਪਣੇ ਕੋਲ ਕੀ ਦਿੱਤੀ ਗਈ ਹੈ? ਤਾਂ ਇਸ ਦੇ ਵਿੱਚ ਦਿੱਤੀ ਗਈ ਹੈ ਕਹਿ ਭਾਗੇ ਕੀ ਮੂਲੀ ਹੁਸੈਨਾ ਤੂੰ ਕਹਿ ਭਾਗੇ ਦੀ ਮੂਲੀ, ਬਾਗਾਂ ਦੇ ਵਿੱਚ ਫੁੱਲ ਅਜਾਇਬ ਤੂੰ ਵੀ ਇੱਕ ਗੰਧੂਲੀ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਦੱਸਿਆ ਗਿਆ? ਇਸ ਦੇ ਵਿੱਚ ਦੱਸਿਆ ਗਿਆ ਅਜਾਇਬ ਕੀ ਹੁੰਦਾ ਹੈ? ਅਜੀਬ, ਅਲੱਗ। ਠੀਕ ਹੈ, ਜਿਹੜਾ ਅਦਭੁਤ ਹੋਵੇ। ਠੀਕ ਹੈ, ਉਸਨੂੰ ਆਪਾਂ ਅਜਾਇਬ ਕਹਿ ਦਿੰਦੇ ਹੁੰਦੇ ਹਾਂ। ਤੂੰ ਵੀ ਇੱਕ ਗੰਧੂਲੀ। ਗੰਧੂਲੀ ਕੀ ਹੁੰਦਾ? ਗੰਧੂਲੀ ਇੱਕ ਤਰ੍ਹਾਂ ਦੀ ਜੰਗਲੀ ਬੂਟੀ ਹੁੰਦੀ ਹੈ। ਠੀਕ ਹੈ, ਤਾਂ ਉਸਨੇ ਕਿਹਾ ਇਸ ਦੇ ਵਿੱਚ। ਤਾਂ ਸ਼ਾਹ ਹੁਸੈਨ ਕੀ ਕਹਿੰਦਾ? ਸ਼ਾਹ ਹੁਸੈਨ ਕਹਿੰਦਾ ਕਿ ਜਿਹੜਾ ਆਪਣਾ ਸੰਸਾਰ ਹੈ ਇਹ ਇੱਕ ਤਰ੍ਹਾਂ ਦਾ ਜੰਗਲ ਹੈ। ਠੀਕ ਹੈ, ਸਾਰੇ ਹੀ ਕੀ ਨੇ? ਇੱਥੇ ਦੀਆਂ ਜੰਗਲੀ ਬੂਟੀਆਂ ਨੇ। ਉਹਨੇ ਇਹ ਕਿਹਾ ਹੈ। ਠੀਕ ਹੈ, ਤੂੰ ਵੀ ਇੱਕ ਗੰਧੂਲੀ ਕਿ ਉਹ ਮਨੁੱਖ ਨੂੰ ਕਹਿ ਰਿਹਾ ਕਿ ਤੂੰ ਵੀ ਇੱਕ ਜੰਗਲੀ ਬੂਟੀ ਹੈ। ਠੀਕ ਹੈ, ਜਿਸ ਤਰ੍ਹਾਂ ਬਾਗਾਂ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਨੇ, ਅਜੀਬ ਤਰ੍ਹਾਂ ਦੇ, ਅਦਭੁਤ ਹੁੰਦੇ ਨੇ, ਉਸੇ ਤਰ੍ਹਾਂ ਤੂੰ ਵੀ ਇੱਕ ਜਿਹੜੀ ਹੈ ਉਹ ਜੰਗਲ ਦੀ ਜਾਂ ਬਾਗਾਂ ਦੀ ਇੱਕ ਬੂਟੀ ਹੈ। ਠੀਕ ਹੈ ਜੀ, ਆਪ ਪਛਾਣੇ ਨਾ ਹੀ ਅਵਰਾ ਦੇਖ ਕਿਉਂ ਭੁੱਲੀ। ਇਹ ਚੀਜ਼ ਉਸਨੇ ਕਿ ਜਿਹੜਾ ਆਪਣਾ ਆਪ ਹੈ ਉਸਨੂੰ ਪਛਾਣ। ਠੀਕ ਹੈ, ਕੀ ਕਿਹਾ ਹੈ ਉਸਨੇ? ਕਿ ਜਿਹੜਾ ਆਪਣਾ ਆਪ ਹੈ ਉਸਨੂੰ ਪਛਾਣ। ਉਸ ਤੋਂ ਬਾਅਦ ਅੱਗੇ ਹੈਗਾ ਇਸ਼ਕ ਦੇ ਦਰਿਆਓ ਕਰਾਹੀ। ਕਰਾਹੀ ਕੀ ਹੁੰਦਾ? ਉਲਟੇ ਰਾਹ ਚੱਲਣ ਵਾਲਾ।
ਠੀਕ ਹੈ। ਮਨਸੂਰ ਕਬੂਲੀ ਸੂਲੀ ਵੀ, ਜਿਸ ਸ਼ਾਹ ਹੁਸੈਨ ਪਿਆਦਾਰ ਉੱਤੇ ਜੇਕਰ ਪਵੇ ਕਬੂਲੀ। ਤਾਂ ਇਸ ਦੇ ਵਿੱਚ ਕੀ ਦੱਸਿਆ ਗਿਆ ਹੈ, ਤਾਂ ਉਸਨੇ ਦੱਸਿਆ ਹੈ ਕਿ ਤੂੰ ਆਪਣੇ ਆਪ ਨੂੰ ਪਛਾਣ ਦਾ ਕੰਮ ਕਰ, ਠੀਕ ਹੈ, ਨਾ ਕਿ ਤੂੰ ਆਲੇ ਦੁਆਲੇ ਘੁੰਮ, ਠੀਕ ਹੈ। ਉਸਦਾ ਕਹਿਣ ਦਾ ਭਾਵ ਹੈ ਕਿ ਤੂੰ ਹੋਰਨਾਂ ਪਦਾਰਥਾਂ ਦੇ ਵਿੱਚ ਭੁੱਲਿਆ ਫਿਰਦਾ ਹੈ, ਅਵਰਾ ਦੇਖ ਕਿਉਂ ਭੁੱਲੀ, ਕਿ ਹੋਰ ਪਦਾਰਥਾਂ ਨੂੰ ਦੇਖ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਹੈ, ਆਹੀ ਕਰਾਹੀ। ਤਾਂ ਇਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਇਸ਼ਕ ਦੇ ਰਾਹ 'ਤੇ ਚੱਲਣ ਵਾਲੇ ਨੇ, ਪਰਮਾਤਮਾ ਦੇ ਨਾਲ ਜਿਸ ਨੂੰ ਪ੍ਰੇਮ ਹੈ, ਉਹ ਜਿਹੜੇ ਨੇ ਉਹ ਦੁਨਿਆਵੀ ਰਾਹ ਤੋਂ ਉਲਟ ਚੱਲਦੇ ਨੇ, ਠੀਕ ਹੈ। ਇੱਥੇ ਆਸ਼ਕ ਨੂੰ ਪ੍ਰੇਮ ਨਹੀਂ ਸਗੋਂ ਮੌਤ ਮਿਲਦੀ ਹੈ, ਜਿਵੇਂ ਕਿ ਮਨਸੂਰ ਨੂੰ ਜਿਹੜੀ ਹੈ ਸੂਲੀ ਚੜਾ ਦਿੱਤਾ ਗਿਆ ਸੀ। ਇਸੇ ਕਾਰਨ, ਠੀਕ ਹੈ, ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਪਰਮਾਤਮਾ, ਮੈਂ ਤੇਰੇ ਦਰ ਤੇ ਢਹਿ ਪਿਆ ਹਾਂ, ਤਾਂ ਜੋ ਤੂੰ ਮਿਹਰ ਕਰਕੇ ਮੈਨੂੰ ਕਬੂਲ ਕਰ ਲਵੇਂ। ਸ਼ਾਹ ਹੁਸੈਨ ਪਿਆਦਰ ਉੱਤੇ ਜੇਕਰ ਪਵੇ ਕਬੂਲੀ, ਠੀਕ ਹੈ। ਤਾਂ ਇਹ ਅਗਲਾ ਕੁਐਸਚਨ ਹੈ ਜੀ ਆਪਣੇ ਕੋਲ, ਕਵੀ ਕਿਸ ਨੂੰ ਔਗੁਣਹਾਰੀ ਕਹਿੰਦਾ ਹੈ? ਤਾਂ ਉਹ ਜਿਹੜਾ ਆਪਣੇ ਆਪ ਨੂੰ ਔਗੁਣਹਾਰੀ ਕਹਿੰਦਾ ਹੈ। ਸ਼ਾਹ ਹੁਸੈਨ ਰੱਬ ਤੋਂ ਕੀ ਮੰਗਦਾ ਹੈ? ਮਿਹਰ ਮੰਗਦਾ ਹੈ ਕਿ ਹੇ ਪਰਮਾਤਮਾ ਤੂੰ ਮੇਰੇ ਤੇ ਮਿਹਰ ਕਰ, ਠੀਕ ਹੈ। ਸ਼ਾਹ ਹੁਸੈਨ ਅਨੁਸਾਰ ਮਨੁੱਖ ਦੀ ਨਾਦਾਨੀ ਜਾਂ ਮੂਰਖਤਾ ਕਿਸ ਦੀ ਸਿੱਖਿਆ ਨਾਲ ਖਤਮ ਹੁੰਦੀ ਹੈ? ਤਾਂ ਉਹ ਖਤਮ ਹੁੰਦੀ ਹੈ ਜੀ ਮੁਰਸ਼ਦ ਦੀ ਸਿੱਖਿਆ ਨਾਲ, ਯਾਨੀ ਕਿ ਪਰਮਾਤਮਾ ਦੀ ਸਿੱਖਿਆ ਨਾਲ। ਇਹ ਉਹਨਾਂ ਦੀ ਇੱਕ ਕਾਫੀਆ, ਉਸ ਦੇ ਵਿੱਚੋਂ ਕੁਐਸਚਨ ਪੁੱਛੇ ਗਏ ਨੇ, ਮੈਂ ਅੱਗੇ ਤੁਹਾਨੂੰ ਉਹ ਕਵਰ ਕਰਾ ਰਹੀ ਹਾਂ, ਠੀਕ ਹੈ। ਅੱਗੇ ਕੁਐਸਚਨ ਹੈ, ਮੁਸ਼ਕਿਲ ਘਾਟ ਫਕੀਰੀ ਦਾ ਕਾਫੀ ਵਿੱਚ ਕਵੀ ਮਨੁੱਖ ਨੂੰ ਕਿਹੜੀ ਚੀਜ਼ ਦਾ ਤਿਆਗ ਕਰਨ ਲਈ ਕਹਿੰਦਾ ਹੈ? ਤਾਂ ਇਸ ਦੇ ਵਿੱਚ ਸ਼ਾਹ ਹੁਸੈਨ ਕਹਿੰਦਾ ਹੈ ਕਿ ਹੰਕਾਰ ਦਾ ਜਿਹੜਾ ਹੈ ਉਹ ਤਿਆਗ ਕਰ ਦੇਣਾ ਚਾਹੀਦਾ ਹੈ। ਸ਼ਾਹ ਹੁਸੈਨ ਦੇ ਅਨੁਸਾਰ ਕੀ ਹੋ ਕੇ ਰਹਿੰਦਾ ਹੈ? ਤਾਂ ਇਸ ਕੁਐਸਚਨ ਨੂੰ ਜਿਹੜਾ ਹੈ ਕਾਫੀ ਦੇ ਵਿੱਚੋਂ ਪੁੱਛਿਆ ਗਿਆ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪਰਮਾਤਮਾ ਚਾਹੁੰਦਾ ਹੈ ਉਹੀ ਹੁੰਦਾ। ਜਿਵੇਂ ਆਪਾਂ ਕਹਿੰਦੇ ਨੇ ਨਾ ਆਮ ਜ਼ਿੰਦਗੀ ਦੇ ਵਿੱਚ ਕਿ ਹੋਣੀ ਨਹੀਂ ਟਲਦੀ ਹੁੰਦੀ, ਹੋਣੀ ਨੇ ਜੋ ਹੋਣਾ ਹੈ ਉਵੇਂ ਹੀ ਹੋਊਗਾ, ਹੈ ਨਾ। ਤਾਂ ਉਹ ਜਿਹੜੀ ਵਰਡਿੰਗ ਹੈ ਇੱਥੇ ਯੂਜ਼ ਕੀਤੀ ਗਈ ਹੈ, ਠੀਕ ਹੈ। ਨੈਕਸਟ ਕੁਐਸਚਨ ਹੈ, ਮੁਸ਼ਕਿਲ ਘਾਟ ਫਕੀਰੀ ਦਾ ਵਿੱਚ ਘਾਟ ਸ਼ਬਦ ਦਾ ਕੀ ਅਰਥ ਹੈ? ਘਾਟ ਹੁੰਦਾ ਹੈ ਰਸਤਾ, ਮਾਰਗ, ਠੀਕ ਹੈ। ਤਾਂ ਸ਼ਾਹ ਹੁਸੈਨ ਕਹਿੰਦਾ ਕਿ ਜਿਹੜਾ ਫਕੀਰੀ ਦਾ ਰਸਤਾ ਹੈ, ਫਕੀਰੀ ਦਾ ਮਾਰਗ ਹੈ, ਬਹੁਤ ਮੁਸ਼ਕਿਲ ਭਰਿਆ ਹੈ, ਠੀਕ ਹੈ। ਤਾਂ ਇਸ ਕਾਫੀ ਨੂੰ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ। ਦੀ ਕਾਫੀ ਹੈਗੀ ਹੈ ਜੀ ਆਪਣੇ ਕੋਲ, ਰੱਬਾ ਮੇਰੇ ਔਗੁਣ ਚਿੱਤ ਨਾ ਧਰੀ, ਠੀਕ ਹੈ। ਦੋ ਕਾਫੀਆਂ ਆਪਾਂ ਕਰ ਚੁੱਕੇ ਹਾਂ, ਦੋਨਾਂ ਦੇ ਨਾਮ ਜ਼ਰੂਰ ਯਾਦ ਕਰ ਲੈਣਾ। ਥਰਡ ਹੈਗੀ ਹੈ ਜੀ ਆਪਣੇ ਕੋਲ, ਰੱਬਾ ਮੇਰੇ ਔਗੁਣ ਚਿੱਤ ਨਾ ਧਰੀ, ਠੀਕ ਹੈ। ਤਾਂ ਪਹਿਲੀ ਲਾਈਨ ਹੈ, ਰੱਬਾ ਮੇਰੇ ਔਗੁਣ ਚਿੱਤ ਨਾ ਧਰੀ, ਕਾਰੀ ਨੂੰ ਕੋ ਗੁਣ ਨਾਹੀ, ਲੂ ਲੂ ਐਬ ਭਰੀ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਦੱਸਿਆ ਗਿਆ? ਐਬ ਕੀ ਹੁੰਦੇ ਨੇ? ਔਗੁਣ ਜਾਂ ਦੋਸ਼, ਕੀ ਹੁੰਦੇ ਨੇ ਜੀ? ਔਗੁਣ ਜਾਂ ਦੋਸ਼, ਠੀਕ ਹੈ। ਤਾਂ ਉਹ ਕਹਿ ਰਿਹਾ ਵੀ ਮੈਂ ਤਾਂ ਔਗੁਣਕਾਰੀ ਹਾਂ, ਵੀ ਮੇਰੇ ਵਿੱਚ ਤਾਂ ਬਹੁਤ ਸਾਰੇ ਦੋਸ਼ ਨੇ, ਠੀਕ ਹੈ। ਜਿਉਂ ਭਾਵੇਂ ਤੇ ਉਹ ਰਾਖ ਪਿਆਰਿਆ, ਮੈਂ ਤੇਰੇ ਦੁਆਰੇ ਪਰੀ, ਕਹੇ ਹੁਸੈਨ ਫਕੀਰ ਨਿਮਾਣਾ, ਅਦਲੋਂ ਫਜ਼ਲ ਕਰੀ। ਅਦਲੋਂ ਫਜ਼ਲ ਕੀ ਹੁੰਦਾ ਹੈ? ਉਹ ਕਹਿ ਰਿਹਾ ਕਿ ਮੇਰੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਠੀਕ ਹੈ, ਇਸ ਲਈ ਤੂੰ ਮੇਰੇ ਤੇ ਮਿਹਰ ਕਰ। ਇਹ ਚੀਜ਼ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੇਰੇ ਵਿੱਚ ਬਹੁਤ ਕਮਜ਼ੋਰੀਆਂ ਨੇ, ਮੈਨੂੰ ਜਿਹੜਾ ਆਪਣੇ ਦਰ ਤੇ ਕਬੂਲ ਕਰ, ਠੀਕ ਹੈ। ਮੈਨੂੰ ਜਿਹੜਾ ਹੈ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਜਿਹੜਾ ਉਹ ਦੇਖ। ਇਸ ਕਾਫੀ ਦਾ ਮਤਲਬ ਇਹ ਹੈ, ਠੀਕ ਹੈ ਜੀ। ਤਾਂ ਇਹ ਹੈਗੀ ਸੀ ਜੀ ਆਪਣੇ ਕੋਲ ਤੀਜੀ ਕਾਫੀ। ਉਸ ਤੋਂ ਬਾਅਦ ਅੱਗੇ ਪੜ੍ਹਦੇ ਹਾਂ ਜੀ। ਅੱਗੇ ਹੈਗੀ ਆਪਣੇ ਕੋਲ ਮੁਸ਼ਕਿਲ ਘਾਟ ਫਕੀਰੀ ਦਾ, ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਮੁਸ਼ਕਿਲ ਘਾਟ ਫਕੀਰੀ ਦਾ ਆਪਣੇ ਕੋਲ ਕਾਫੀ ਹੈ। ਇਸ ਦਾ ਨਾ ਅੱਗੇ ਲਾਈਨ ਹੈਗੀ ਹੈ, ਮੁਸ਼ਕਿਲ ਘਾਟ ਫਕੀਰੀ ਦਾਵੋ, ਪਾਏ ਕੁਠਾਲੀ ਦੁਰਮਤ ਗਾਲੀ, ਕਰਮ ਜਗਾਏ ਸ਼ਰੀਰੀ ਦਾਵੋ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਦੱਸਿਆ ਗਿਆ? ਇਸ ਦੇ ਵਿੱਚ ਦੇਖੋ ਜਿਹੜੀ ਕੁਠਾਲੀ ਆ ਉਹ ਕੀ ਹੁੰਦੀ ਹੈ? ਇੱਥੇ ਆਪਾਂ ਨੂੰ ਇੱਕ ਵਰਡ ਦਿੱਤਾ ਗਿਆ ਕੁਠਾਲੀ। ਕੁਠਾਲੀ ਕੀ ਹੁੰਦੀ ਹੈ? ਤਾਂ ਕੁਠਾਲੀ ਹੁੰਦੀ ਹੈ ਮਿੱਟੀ ਦਾ ਇੱਕ ਬਣਿਆ ਹੋਇਆ ਬਰਤਨ ਹੁੰਦਾ ਹੈ, ਜਿਸ ਦੇ ਵਿੱਚ ਜਿਹੜਾ ਸੁਨਿਆਰ ਹੈ ਉਹ ਸੋਨਾ ਚਾਂਦੀ ਆਦਿ ਜਿਹੜੀਆਂ ਧਾਤਾਂ ਨੇ ਉਹ ਢਾਲਦੇ ਨੇ, ਜਿਵੇਂ ਗਰਮ ਕਰਦੇ ਨੇ ਨਾ, ਉਹ ਇੱਕ ਜਿਹੜਾ ਬਰਤਨ ਹੁੰਦਾ ਹੈ, ਭਾਂਡਾ ਜਿਹਾ ਹੁੰਦਾ ਹੈ ਮਿੱਟੀ ਦਾ ਬਣਿਆ ਹੋਇਆ, ਉਸ ਨੂੰ ਕੁਠਾਲੀ ਕਹਿੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਦੁਰਮਤ। ਇੱਥੇ ਤੁਸੀਂ ਦੇਖ ਸਕਦੇ ਹੋ ਕੁਠਾਲੀ ਤੋਂ ਬਾਅਦ ਦੁਰਮਤ। ਦੁਰਮਤ ਕੀ ਹੁੰਦਾ? ਦੁਰਮਤ ਹੁੰਦਾ ਨਾਦਾਨੀ ਜਾਂ ਫਿਰ ਮੂਰਖਤਾ, ਠੀਕ ਹੈ। ਦੁਰਮਤ ਹੁੰਦਾ ਮੂਰਖਤਾ। ਗਾਲੀ, ਪਾਏ ਕੁਠਾਲੀ ਦੁਰਮਤ ਗਾਲੀ, ਕਰਮ ਜਗਾਏ ਸ਼ਰੀਰੀ ਦਾਵੋ। ਕਰਮ ਕੀ ਹੁੰਦਾ? ਭਾਗ। ਸ਼ਰੀਰੀ ਕੀ ਹੁੰਦਾ? ਦੇਹੀ। ਤਾਂ ਇਸ ਲਾਈਨ ਦੇ ਵਿੱਚ ਕਿਹਾ ਗਿਆ ਕਿ ਜਿਸ ਤਰ੍ਹਾਂ ਸੁਨਿਆਰ ਜਿਹੜੇ ਨੇ ਉਹ ਮਿੱਟੀ ਦੇ ਬਰਤਨ ਦੇ ਵਿੱਚ ਉਸ ਨੂੰ ਢਾਲ ਦਿੰਦੇ ਨੇ, ਪੂਰਾ ਉਸਦਾ ਰੂਪ ਬਦਲ ਦਿੰਦੇ ਨੇ, ਉਸਦੇ ਜਿਹੜੇ ਨੇ ਕਰਮ ਜਗਾ ਦਿੰਦੇ ਨੇ, ਠੀਕ ਹੈ। ਤਾਂ ਇਸੇ ਤਰ੍ਹਾਂ ਉਸਨੇ ਜਿਹੜੀ ਆ ਪਰਮਾਤਮਾ ਨੂੰ ਆਪਣੀ ਬੇਨਤੀ ਕੀਤੀ ਹੈ ਕਿ ਮੈਨੂੰ ਵੀ ਉਸੇ ਤਰੀਕੇ ਨਾਲ ਢਾਲ, ਮੈਨੂੰ ਵੀ ਜਿਹੜਾ ਆਪਣੇ ਚਰਨਾਂ ਦੇ ਵਿੱਚ, ਠੀਕ ਹੈ। ਤਾਂ ਉਸਨੇ ਕਿਹਾ ਹੈ ਕਿ ਮੈਨੂੰ ਵੀ ਆਪਣੀ ਜਿਹੜੀ ਚਰਨਾਂ ਦੇ ਵਿੱਚ ਜਗ੍ਹਾ ਬਖਸ਼। ਵਿੱਚ ਅੱਗੇ ਹੈਗਾ ਛੋੜ ਤਕਬਰੀ। ਤਕਬਰੀ ਹੁੰਦਾ ਹੈ ਜੀ ਹੰਕਾਰ, ਠੀਕ ਹੈ, ਅਭਿਮਾਨ। ਤਾਂ ਉਸਨੇ ਕਿਹਾ ਛੋੜ ਤਕਬਰੀ, ਕਿ ਆਪਣਾ ਹੰਕਾਰ ਛੱਡ, ਪਕੜ ਹਲੀਮੀ। ਤੇ ਹੰਕਾਰ ਨੂੰ ਛੱਡ ਕੇ ਕੀ ਪਕੜ? ਹਲੀਮੀ ਪਕੜ, ਨਿਮਰਤਾ ਪਕੜ, ਰਾਹ ਪਕੜੋ ਸ਼ੀਰੀ ਦਾਵੋ। ਸ਼ੀਰੀ ਕੀ ਹੁੰਦਾ ਹੈ ਜੀ? ਸ਼ੀਰੀ ਹੁੰਦੀ ਹੈ ਮਿਠਾਸ। ਉਹ ਕਹਿੰਦਾ ਕਿ ਜਿਹੜਾ ਮਿਠਾਸ ਦਾ ਰਸਤਾ ਹੈ, ਯਾਨੀ ਕਿ ਜਿਹੜਾ ਨਿਮਰਤਾ ਦਾ ਰਸਤਾ ਹੈ, ਮਿੱਠੀ ਜ਼ੁਬਾਨ ਦਾ ਰਸਤਾ ਹੈ, ਉਸ ਨੂੰ ਪਕੜ, ਠੀਕ ਹੈ। ਕਾਹਨੂੰ ਛੱਡਣ ਨੂੰ ਕਿਹਾ ਹੈ? ਹੰਕਾਰ ਨੂੰ। ਕਿਸ ਨੂੰ ਪਕੜਨ ਨੂੰ ਕਿਹਾ? ਹਲੀਮੀ ਨੂੰ। ਤੇ ਕਿਸ ਨੂੰ ਅਪਣਾਉਣ ਨੂੰ ਕਿਹਾ ਹੈ? ਤਾਂ ਉਸਨੇ ਕਿਹਾ ਮਿਠਾਸ ਭਰੀ ਲਹਿਜ਼ੇ ਨੂੰ, ਠੀਕ ਹੈ। ਉਸ ਤੋਂ ਬਾਅਦ ਹੈ ਕਹੇ ਹੁਸੈਨ ਫਕੀਰ ਨਿਮਾਣਾ, ਦਫ਼ਤਰ ਪਾੜੋ ਮੀਰੀ ਦਾਵੋ। ਦਫ਼ਤਰ ਪਾੜੋ ਮੀਰੀ ਦਾ ਮਤਲਬ ਵੱਡਪਣ ਦਾ ਮਾਣ ਛੱਡੋ, ਠੀਕ ਹੈ। ਵੀ ਜਿਹੜਾ ਆਪਾਂ ਮੇਰੀ ਕਰਦੇ ਹਾਂ, ਵੱਡਾਪਣ ਦਿਖਾਉਂਦੇ ਹਾਂ ਆਪਣੇ ਆਪ 'ਚ, ਵੀ ਉਹ ਜਿਹੜਾ ਛੱਡ ਦੇਣਾ ਚਾਹੀਦਾ, ਇਸ ਦਾ ਮਤਲਬ ਇਹ ਹੈ, ਠੀਕ ਹੈ। ਤਾਂ ਇਹ ਹੈਗੀ ਸੀ ਜੀ ਆਪਣੇ ਕੋਲ ਕਾਫੀ ਮੁਸ਼ਕਿਲ ਘਾਟ ਫਕੀਰੀ ਦਾ। ਉਸ ਨਾਲ ਵੱਧਦੇ ਹਾਂ ਜੀ। ਦੇਖੋ ਜਿੰਨੀਆਂ ਵੀ ਕਾਫੀਆਂ ਮੈਂ ਕਰਾ ਰਹੀ ਹਾਂ ਇਹ ਇੰਪੋਰਟੈਂਟ ਨੇ, ਠੀਕ ਹੈ। ਬਸ ਦੇ ਓਰੀਐਂਟਡ ਜਿੰਨਾ ਵੀ ਮਟੀਰੀਅਲ ਆ ਤੁਹਾਨੂੰ ਕਵਰ ਕਰਾਇਆ ਜਾ ਰਿਹਾ ਹੈ, ਠੀਕ ਹੈ। ਇਸ ਤੋਂ ਬਾਹਰ ਤੁਹਾਡੇ ਕੋਲ ਕੁਛ ਨਹੀਂ ਆਉਣਾ ਕੁਐਸਚਨਸ ਦੇ ਵਿੱਚ।
ਤਾਂ ਹੁਣ ਨੈਕਸਟ ਕੁਐਸਚਨ ਹੈ, ਸ਼ਾਹ ਹੁਸੈਨ ਅਨੁਸਾਰ ਕਿਹਨਾਂ ਦੀ ਰੱਬਾ ਰੱਬਾ ਹੋਈ? ਤਾਂ ਉਸਨੇ ਕਿਹਾ ਹੈ ਕਿ ਨਿਮਾਣਿਆਂ ਦੀ ਰੱਬਾ ਰੱਬਾ ਹੋਈ। ਸ਼ਾਹ ਹੁਸੈਨ ਚਿੱਟੀ ਚਾਦਰ ਕਿਸ ਨੂੰ ਕਹਿੰਦਾ ਹੈ? ਪਦਾਰਥਾਂ ਦੇ ਮਾਣ ਅਹੰਕਾਰ ਨੂੰ। ਸ਼ਾਹ ਅਨੁਸਾਰ ਰੱਬ ਦੀ ਦਰਗਾਹ ਦੇ ਵਿੱਚ ਕਿਹੜੀ ਇਸਤਰੀ ਸੁਹਾਗਣ ਮੰਨੀ ਜਾਂਦੀ ਹੈ? ਜਿਹੜੀ ਕਿ ਪਰਮਾਤਮਾ ਨੂੰ ਪਿਆਰ ਕਰਦੀ ਹੈ, ਠੀਕ ਹੈ, ਜਿਹੜੀ ਕਿ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਦੀ ਹੈ। ਨੈਕਸਟ ਕੁਐਸਚਨ ਹੈ, ਸ਼ਾਹ ਹੁਸੈਨ ਜੀਵਨ ਦੀ ਮੈਲੀ ਟੋਪੀ ਨੂੰ ਕਿਹੜਾ ਸਾਬਣ ਲਾ ਕੇ ਧੋਣ ਲਈ ਕਹਿੰਦਾ ਹੈ? ਤਾਂ ਉਹ ਕਹਿੰਦਾ ਕਿ ਗੁਰੂ ਦੀ ਸਿੱਖਿਆ ਦੇ ਨਾਲ ਜਿਹੜੇ ਆਪਣੇ ਮੈਲ ਨੇ ਉਹ ਉਤਰ ਜਾਣਗੇ, ਠੀਕ ਹੈ। ਨੈਕਸਟ ਕੁਐਸਚਨ ਹੈ, ਸ਼ਾਹ ਹੁਸੈਨ ਮੀਣੀ ਢੱਗੀ ਕਿਸ ਨੂੰ ਕਹਿੰਦਾ ਹੈ? ਤਾਂ ਪਰਮਾਤਮਾ ਦੇ ਨਾਮ ਨੂੰ ਕਹਿੰਦਾ ਹੈ। ਇਹ ਇੱਕ ਕਾਫੀ ਹੈ ਜਿਸ ਦਾ ਨਾਮ ਹੈ ਰੱਬਾ ਰੱਬਾ ਹੋਈ, ਠੀਕ ਹੈ, ਨਿਮਾਣਿਆਂ ਦੀ ਰੱਬਾ ਰੱਬਾ ਹੋਈ। ਉਸ ਕਾਫੀ ਦੇ ਵਿੱਚ ਉਸਨੇ ਜਿਹੜਾ ਇਸ ਦਾ ਜ਼ਿਕਰ ਕੀਤਾ ਹੈ, ਠੀਕ ਹੈ। ਰੱਬਾ ਰੱਬਾ ਹੋਈ ਦਾ ਮਤਲਬ ਕੀ ਹੁੰਦਾ ਹੈ? ਜੈ ਜੈਕਾਰ ਹੋਣਾ। ਕਿਹਨਾਂ ਦੀ? ਨਿਮਾਣਿਆਂ ਦੀ, ਜਿਨ੍ਹਾਂ ਨੇ ਨਿਮਰਤਾ ਧਾਰਨ ਕਰੀ ਹੋਈ ਹੈ, ਜਿਹੜੇ ਆਪਣੇ ਆਪ ਨੂੰ ਜਿਹੜਾ ਹੈ ਉਹ ਬਹੁਤ ਨੀਵਾਂ ਸਮਝਦੇ ਨੇ, ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਦੀ ਧੂੜ ਸਮਝਦੇ ਨੇ, ਉਹਨਾਂ ਦੀ ਜਿਹੜੀ ਹੈ ਉਹ ਜੈ ਜੈਕਾਰ ਹੁੰਦੀ ਹੈ। ਇਹ ਗੱਲ ਉਸਨੇ ਜਿਹੜੀ ਹੈ ਉਹ ਕਹੀ ਹੈ, ਠੀਕ ਹੈ। ਇੱਕ ਵਾਰੀ ਆਪਾਂ ਇਹ ਕਾਫੀ ਦੇਖ ਲੈਂਦੇ ਹਾਂ ਜੀ, ਜ਼ਰੂਰ ਨੋਟ ਕਰ ਲੈਣਾ। ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ। ਤਾਂ ਇਸ ਦੇ ਵਿੱਚ ਕੀ ਦੱਸਿਆ ਗਿਆ? ਇਸ ਦੇ ਵਿੱਚ ਕਿਹਾ ਹੈ ਕਿ ਜਿਹੜੇ ਨਿਮਾਣੇ ਨੇ ਉਹਨਾਂ ਦੀ ਰੱਬਾ ਰੱਬਾ ਹੋ ਰਹੀ ਹੈ, ਯਾਨੀ ਕਿ ਜੈ ਜੈਕਾਰ ਹੋ ਰਹੀ ਹੈ, ਠੀਕ ਹੈ। ਤਾਂ ਉਸਨੇ ਕਿਹਾ ਕਿ ਤੇਰੀ ਚਿੱਟੀ ਚਾਦਰ ਜਿਹੜੀ ਆ ਉਹ ਸਾਡੇ ਕਿਸੇ ਕੰਮ ਨਹੀਂ ਹੈਗੀ, ਇਸ ਤੋਂ ਚੰਗੀ ਜਿਹੜੀ ਆ ਫਕੀਰਾਂ ਦੀ ਲੋਈ ਹੈ। ਉਸਨੇ ਐਗਜ਼ਾਮਪਲ ਦਿੱਤੀ ਹੈ, ਠੀਕ ਹੈ। ਦਰਗਾਹ ਵਿੱਚ ਸੁਹਾਗਣ ਹੋਈ। ਦਰਗਾਹ ਮਤਲਬ ਦਰਬਾਰ, ਜਿਹੜਾ ਪਰਮਾਤਮਾ ਦੀ ਕਚਹਿਰੀ ਹੁੰਦੀ ਹੈ ਉਸਨੂੰ ਆਪਾਂ ਦਰਗਾਹ ਕਹਿ ਦਿੰਦੇ ਹਾਂ ਜਾਂ ਦਰਗਾਹ ਕਹਿ ਦਿੰਦੇ ਹਾਂ, ਠੀਕ ਹੈ। ਉਸ ਦੇ ਵਿੱਚ ਜਿਹੜੀ ਹੈ ਸੁਹਾਗਣ ਸੋਈ ਜੋ ਖੁੱਲ ਖੁੱਲ ਨੱਚ ਖਲੋਈ, ਠੀਕ ਹੈ। ਵੀ ਇੱਕ ਤਰ੍ਹਾਂ ਜਿਹੜੀ ਜੀਵ ਆਤਮਾ ਹੈ ਉਹ ਇੱਕ ਤਰ੍ਹਾਂ ਦੀ ਦਰਗਾਹ ਦੇ ਵਿੱਚ ਖੜੀ ਹੋਈ ਸੁਹਾਗਣ ਹੈ, ਜਿਹੜੀ ਕਿ ਆਪਣੀ ਪਰਮਾਤਮਾ ਨੂੰ ਜਿਹੜੀ ਹੈ ਮਨਾ ਰਹੀ ਹੈ। ਕਹੇ ਹੁਸੈਨ ਫਕੀਰ ਸਾਈਂ ਦਾ ਤਾਂਦਰ ਲਹਿਸੇ ਢੋਈ। ਢੋਈ ਕੀ ਹੁੰਦੀ ਹੈ? ਪਨਾਹ। ਕਿ ਹੁਣ ਤਾਂ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਪਰਮਾਤਮਾ ਦਾ ਫਕੀਰ ਹਾਂ, ਮੈਨੂੰ ਜਿਹੜੀ ਆ ਪਰਮਾਤਮਾ ਦੀ ਜਿਹੜੀ ਚਰਨ ਹੈ ਉਸ ਦੇ ਵਿੱਚ ਓਟ ਚਾਹੀਦੀ ਹੈ, ਉਸ ਦੇ ਵਿੱਚ ਪਨਾਹ ਚਾਹੀਦੀ ਹੈ, ਉਸ ਦੇ ਦਰ 'ਤੇ ਜਿਹੜੀ ਹੈ ਜਗ੍ਹਾ ਚਾਹੀਦੀ ਹੈ, ਠੀਕ ਹੈ। ਆਹ ਕਹੀ ਗਿਆ ਤਾਂਦਰ ਲਹਿਸੇ ਢੋਈ, ਠੀਕ ਹੈ। ਕਿ ਅੱਗੇ ਵਧਦੇ ਹਾਂ ਜੀ ਆਪਾਂ। ਅਗਲੀ ਕਾਫੀ ਦਾ ਨਾਮ ਹੈਗਾ ਜੀ ਪਾਵੇਂਗਾ ਦੀਦਾਰ ਸਾਹਿਬ ਦਾ। ਪਾਵੇਂਗਾ ਦੀਦਾਰ ਸਾਹਿਬ ਦਾ, ਫਕੀਰਾ ਹੋਰ ਵੀ ਨੀਵਾਂ ਹੋਏ, ਟੋਪੀ ਮੈਲੀ ਸਾਬਣ ਥੋੜਾ ਬਹਿ ਕਿਨਾਰੇ ਧੋਏ, ਮੀਣੀ ਢੱਗੀ ਨਾਮ ਸਾਈ ਦਾ ਅੰਦਰ ਬਹਿ ਕਰ ਚੋਏ। ਮੀਣੀ ਢੱਗੀ ਕਿਸ ਨੂੰ ਕਿਹਾ ਗਿਆ? ਪਰਮਾਤਮਾ ਦੇ ਨਾਮ ਨੂੰ। ਉਛਲ ਨਦੀਆਂ ਤਾਰੂ ਹੋਈਆਂ ਮੈਂ ਕੰਢੇ ਰਹੇ ਖਲੋਏ, ਕਹੇ ਹੁਸੈਨ ਫਕੀਰ ਸਾਈਂ ਦਾ ਹੋਣੇ ਸੋਏ ਸੋਏ। ਹੋਣੀ ਹੋਏ ਸੋ ਹੋਏ, ਤਾਂ ਇਸ ਲਾਈਨ ਦੇ ਵਿੱਚ ਆ ਦੇਖੋ ਆ ਗਿਆ ਨਾ, ਹੋਣੇ ਹੋਏ ਸੋ ਹੋਏ। ਤਾਂ ਸ਼ਾਹ ਹੁਸੈਨ ਕਹਿੰਦਾ ਹੈ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਰਹੇਗਾ, ਪਰਮਾਤਮਾ ਦੀ ਰਜ਼ਾ ਤੋਂ ਬਿਨਾਂ ਜਿਹੜਾ ਹੈ ਉਹ ਕੁਛ ਨਹੀਂ ਹੁੰਦਾ ਹੈਗਾ, ਠੀਕ ਹੈ। ਤਾਂ ਸ਼ਾਹ ਹੁਸੈਨ ਕਹਿੰਦਾ ਹੈ ਕਿ ਜੇਕਰ ਤੂੰ ਪਰਮਾਤਮਾ ਦਾ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਤੂੰ ਆਪਣੇ ਆਪ ਨੂੰ ਹੋਰ ਨੀਵਾਂ ਕਰ, ਆਪਣੇ ਅੰਦਰ ਜਿਹੜੀ ਹੈ ਨਿਮਰਤਾ ਹੈ ਉਸਨੂੰ ਪੈਦਾ ਕਰ, ਠੀਕ ਹੈ। ਤਾਂ ਹੀ ਜਿਹੜਾ ਤੂੰ ਪਰਮਾਤਮਾ ਦਾ ਦੀਦਾਰ ਹੈ ਉਸਨੂੰ ਪ੍ਰਾਪਤ ਕਰ ਪਾਏਂਗਾ, ਠੀਕ ਹੈ। ਨੈਕਸਟ ਕੁਐਸਚਨ ਹੈ, ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਨਾਂ ਦੱਸੋ। ਉਹਨਾਂ ਦੇ 6 ਕਾਫੀਆਂ ਨੇ, 6 ਦੀ 6 ਕਾਫੀਆਂ ਦਾ ਜਿਹੜਾ ਆਪਣੀ ਕਾਪੀ ਦੇ ਨਾਮ ਜ਼ਰੂਰ ਨੋਟ ਕਰ ਲਓ। ਉਹ ਕੁਐਸਚਨ ਜ਼ਰੂਰ ਬਣੇਗਾ ਹੀ ਬਣੇਗਾ। ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਮੁਸ਼ਕਿਲ ਘਾਟ ਫਕੀਰੀ ਦਾ ਰਚਨਾ ਜਿਹੜੀ ਹੈ ਉਹ ਕਿਹੜੇ ਕਵੀ ਦੀ ਹੈਗੀ ਹੈ। ਤਾਂ ਇਸ ਕਰਕੇ ਜ਼ਰੂਰ ਰਚਨਾ ਜਿਹੜੀਆਂ ਕਾਫੀਆਂ ਨੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਜ਼ਰੂਰ ਯਾਦ ਕਰ ਲੈਣਾ, ਠੀਕ ਹੈ। ਅਗਲਾ ਕੁਐਸਚਨ ਹੈ, ਸੂਲੀ ਕਿਸਨੇ ਕਬੂਲ ਕੀਤੀ ਸੀ? ਤਾਂ ਉਹਨਾਂ ਦੀ ਕਾਫੀ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਮਨਸੂਰ ਨੂੰ ਜਿਹੜਾ ਹੈ ਸੂਲੀ 'ਤੇ ਚੜ੍ਹਾ ਦਿੱਤਾ ਗਿਆ ਸੀ। ਲਾਸਟ ਕੁਐਸਚਨ ਹੈ, ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੋਇਆ? ਤਾਂ ਉਹਨਾਂ ਦਾ ਦੇਹਾਂਤ ਹੋਇਆ ਜੀ 1593 ਈਸਵੀ ਦੇ ਵਿੱਚ, ਠੀਕ ਹੈ। 1593 ਈਸਵੀ ਦੇ ਵਿੱਚ ਜਿਹੜਾ ਸ਼ਾਹ ਹੁਸੈਨ ਦਾ ਦੇਹਾਂਤ ਹੈ ਉਹ ਹੋ ਗਿਆ ਸੀ, ਠੀਕ ਹੈ ਜੀ। ਤਾਂ ਇੱਥੇ ਤਿੰਨ ਪੁਆਇੰਟ ਜ਼ਰੂਰ ਨੋਟ ਕਰ ਲਿਓ। ਸ਼ਾਹ ਹੁਸੈਨ ਦਾ ਜਨਮ ਕਦੋਂ ਹੋਇਆ ਸੀ? 1539 ਈਸਵੀ ਦੇ ਵਿੱਚ। ਕਿੰਨੀਆਂ ਰਚਨਾ ਕੀਤੀਆਂ ਨੇ, ਯਾਨੀ ਕਿ ਉਸਦੀ ਕਾਫੀਆਂ ਦੀ ਗਿਣਤੀ ਕਿੰਨੀ ਹੈ? 162 ਕਾਫੀਆਂ ਦੀ ਗਿਣਤੀ ਆ ਉਹਨਾਂ ਦੀ ਟੋਟਲ, ਠੀਕ ਹੈ। ਦੇਹਾਂਤ ਕਦੋਂ ਹੋਇਆ? 1593 ਈਸਵੀ ਦੇ ਵਿੱਚ। ਜਿੰਨੀਆਂ ਵੀ ਉਹਨਾਂ ਦੀ ਕਾਫੀਆਂ ਨੇ ਉਹ ਕਿਹੜੇ ਨਾਮ ਅਧੀਨ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ? ਤਾਂ ਕਲਾਮ ਸ਼ਾਹ ਹੁਸੈਨ ਨਾਮ ਦੇ ਨਾਲ ਜਿਹੜੀਆਂ ਉਹ ਪ੍ਰਕਾਸ਼ਿਤ ਹੋਈਆਂ ਨੇ। ਇਹ ਜਿਹੜਾ ਜ਼ਰੂਰ ਨੋਟ ਕਰ ਲੈਣਾ ਆਪਣੀ ਕਾਪੀ ਦੇ ਵਿੱਚ, ਠੀਕ ਹੈ। ਤਾਂ ਇਹ ਮੋਟੇ ਪੁਆਇੰਟ ਸੀ, ਜਿਵੇਂ ਕਿ ਉਹ ਕਾਹਦੇ ਨਾਮ ਨਾਲ ਪ੍ਰਸਿੱਧ ਸੀ? ਮਾਧੋ ਲਾਲ ਹੁਸੈਨ ਦੇ ਨਾਮ ਨਾਲ ਜਿਹੜਾ ਹੈ ਉਹ ਪ੍ਰਸਿੱਧ ਸੀ, ਤੇ ਹਾਫਿਜ਼ ਨਾਮ ਦੀ ਜਿਹੜੀ ਆ ਉਪਾਧੀ ਹੈ ਉਸਨੂੰ ਮਿਲੀ ਹੈ। ਤੇ ਜਿਹੜਾ ਸ਼ਾਹ ਹੁਸੈਨ ਆ ਉਹ ਪਹਿਲਾ ਸੂਫੀ ਕਵੀ ਹੈ ਜਿਸਨੇ ਸ਼ਰਾਧੀਆ ਰੂੜੀਵਾਦੀ ਪਾਬੰਦੀਆਂ ਦਾ ਜਿਹੜੀ ਹੈ ਬਗਾਵਤ ਕੀਤੀ, ਵਿਰੋਧ ਕੀਤਾ। ਰਚਨਾ ਹੈ ਉਹ ਸਾਰੀ ਰਾਗਾਂ ਦੇ ਵਿੱਚ ਹੈ, ਰਾਗਾਂ ਦੇ ਵਿੱਚ ਹੋਣ ਕਰਕੇ ਉਹ ਸਾਰੀਆਂ ਰਚਨਾਵਾਂ ਨੂੰ ਜਿਹੜਾ ਹੈ ਉਹ ਗਾਇਆ ਜਾ ਸਕਦਾ ਹੈ, ਠੀਕ ਹੈ ਜੀ। ਬਸ ਹੈ ਪੰਜਾਬੀ ਪੇਪਰ ਏ ਦਾ, ਉਸ ਦਾ ਲੈਵਲ ਆਪਾਂ ਨੂੰ 10th ਤੱਕ ਦਾ ਦਿੱਤਾ ਗਿਆ ਹੈ, ਠੀਕ ਹੈ। ਲੇਕਿਨ ਮੈਂ ਜਿਹੜਾ ਤੁਹਾਨੂੰ ਕਵਰ ਕਰਾਇਆ ਹੈ ਹੁਣ ਤੱਕ ਜਿੰਨਾ ਆਪਾਂ ਕਵਰ ਕੀਤਾ ਉਹ ਸਾਰਾ ਆਪਾਂ ਨੇ +2 ਕਲਾਸ ਦੀ ਲੈਵਲ ਤੱਕ ਦਾ ਕਵਰ ਕੀਤਾ ਹੈ, ਠੀਕ ਹੈ। ਇਹ ਜਿਹੜੀ ਤੁਸੀਂ ਸਕਰੀਨ 'ਤੇ ਇੱਕ ਕਟਿੰਗ ਦੇਖ ਰਹੇ ਹੋ ਇਹ ਹੈਗੀ ਹੈ ਜੀ ਗ੍ਰੈਜੂਏਸ਼ਨ ਲੈਵਲ ਦੀ,
ਠੀਕ ਹੈ। ਇਸ ਦੇ ਵਿੱਚ ਦੇਖੋ ਉਹਨਾਂ ਦੀਆਂ ਕੁਝ ਫੇਮਸ ਰਚਨਾਵਾਂ ਨੇ, ਜਿਵੇਂ ਕਿ ਆ ਦੇਖੋ ਆਗਿਆ ਨਾ ਡੂੰਗੀ ਜਾਂ ਆਖ ਨਾ ਮਾਈ ਆਖ, ਆਪ ਨੂੰ ਪਛਾਣ ਬੰਦੇ। ਤਾਂ ਇਹ ਰਚਨਾਵਾਂ ਨੇ, ਤੁਸੀਂ ਇਹਨਾਂ ਨੂੰ ਇੱਕ ਵਾਰੀ ਜਿਹੜਾ ਜ਼ਰੂਰ ਪੜ੍ਹ ਸਕਦੇ ਹੋ। ਠੀਕ ਹੈ। ਦੇਖੋ ਮੇਰੇ ਵੱਲੋਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੇਕਰ ਤੁਸੀਂ ਕੋਈ ਇੱਕ ਟੌਪਿਕ ਕਰ ਰਹੇ ਹੋ ਤਾਂ ਤੁਸੀਂ ਉਸਨੂੰ ਇੰਨੇ ਕੁ ਵਧੀਆ ਤਰੀਕੇ ਨਾਲ ਕਵਰ ਕਰੋ ਤਾਂ ਕਿ ਉਸ ਦੇ ਵਿੱਚ ਤੁਹਾਡਾ ਜਿਹੜਾ ਅੱਧਾ ਨੰਬਰ ਵੀ ਨਾ ਘਟੇ। ਮੇਰੀ ਪੂਰੀ ਕੋਸ਼ਿਸ਼ ਇਹ ਹੁੰਦੀ ਹੈ। ਠੀਕ ਹੈ। ਤਾਂ ਤੁਹਾਨੂੰ ਕਰਕੇ ਤੁਸੀਂ ਇਹ ਰਚਨਾਵਾਂ ਵੀ ਜਿਹੜੀਆਂ ਨੇ ਉਹ ਪੜ੍ਹ ਸਕਦੇ ਹੋ। ਇਸ ਦੇ ਨਾਲ ਇੱਕ ਪੁਆਇੰਟ ਹੋਰ ਨੋਟ ਕਰ ਲਿਓ ਕਿ ਜਿਹੜਾ ਸ਼ਾਹ ਹੁਸੈਨ ਆ ਅਕਬਰ ਅਤੇ ਜਹਾਂਗੀਰ ਦਾ ਸਮਕਾਲੀ ਸੀ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ ਸ਼ਾਹ ਹੁਸੈਨ। ਠੀਕ ਹੈ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਕਿਹੜੇ ਹੋਰ ਮੁਗਲ ਬਾਦਸ਼ਾਹ ਸੀ, ਤਾਂ ਉਹ ਅਕਬਰ ਅਤੇ ਜਹਾਂਗੀਰ ਸਨ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਪੰਜਾਬੀ ਵਿੱਚ ਕਾਫੀ ਰੂਪ ਦੀ ਰਚਨਾ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਕਿਸ ਨੂੰ? ਸ਼ਾਹ ਹੁਸੈਨ ਨੂੰ। ਠੀਕ ਹੈ। ਉਸ ਦੀ ਕਲਾਸ ਲਾਈਨ ਹੋਰ ਨੋਟ ਕਰਨ ਵਾਲੀ ਹੈ ਕਿ ਉਹਨਾਂ ਦੀਆਂ ਜਿਹੜੀ ਕਾਫੀਆਂ ਨੇ ਉਹਨਾਂ ਨੂੰ ਕਵਾਲੀਆ ਵਜੋਂ ਵੀ ਗਾਇਆ ਜਾਂਦਾ ਹੈ। ਇਹ ਜ਼ਰੂਰ ਜਿਹੜਾ ਨੋਟ ਕਰ ਲੈਣਾ। ਠੀਕ ਹੈ। ਤਾਂ ਇਹ ਕੁਛ ਇੱਕ ਦੋ ਲਾਈਨਾਂ ਸੀ, ਇਹ ਮੈਂ ਕਟਿੰਗ ਅਲੱਗ ਤੋਂ ਵਿੱਚ ਐਡ ਕਰ ਲਈ ਸੀ ਵੀ ਚਲੋ ਇੱਕ ਅੱਧੀ ਕੋਈ ਇਨਫੋਰਮੇਸ਼ਨ ਆਪਾਂ ਵੱਧ ਵੀ ਕਰ ਲਈਏ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਠੀਕ ਹੈ। ਬਾਕੀ ਇਹ ਰਚਨਾ ਜੇਕਰ ਤੁਸੀਂ ਕਰਨੀ ਹੋਈ ਤਾਂ ਤੁਸੀਂ ਕਰ ਸਕਦੇ ਹੋ। ਜਿਹੜੀਆਂ ਪਿਛਲੀਆਂ ਕਾਫੀਆਂ ਨੇ, ਜਿਹੜੀ ਮੈਂ ਤੁਹਾਨੂੰ ਪਿੱਛੇ ਕਵਰ ਕਰਾਈਆਂ ਨੇ, ਉਹ ਇੰਪੋਰਟੈਂਟ ਨੇ, ਉਹਨਾਂ ਵਿੱਚੋਂ ਤੁਸੀਂ ਇੱਕ ਵੀ ਨਹੀਂ ਛੱਡਣੀ ਹੈਗੀ। ਇਹ ਸੀਗਾ ਅੱਜ ਦਾ ਆਪਣਾ ਟੌਪਿਕ ਸ਼ਾਹ ਹੁਸੈਨ। ਠੀਕ ਹੈ। ਇਸ ਦੇ ਵਿੱਚ ਆਪਾਂ ਨੇ ਸ਼ਾਹ ਹੁਸੈਨ ਬਾਰੇ, ਉਹਨਾਂ ਦੇ ਜੀਵਨ ਬਾਰੇ ਪੜ੍ਹਿਆ, ਉਹਨਾਂ ਦੀ ਰਚਨਾਵਾਂ ਕਵਰ ਕਰੀਆਂ। ਠੀਕ ਹੈ। ਉਹਨਾਂ ਦੇ ਮੇਨ ਪੁਆਇੰਟ ਕਵਰ ਕਰੇ। ਤਾਂ ਇਸ ਨੂੰ ਜ਼ਰੂਰ ਤੁਸੀਂ ਕਾਪੀ 'ਤੇ ਨੋਟ ਕਰ ਲੈਣਾ। ਬਾਕੀ ਦੇਖੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੇ ਵਿੱਚ ਜਿਹੜੇ ਨੋਟੀਫਿਕੇਸ਼ਨ ਨੇ ਉਹ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਤਾਂ ਜਿਹੜੀ ਆਪਾਂ ਨੈਕਸਟ ਕਲਾਸ ਲੈ ਕੇ ਹਾਜ਼ਰ ਹੋਵਾਂਗੇ ਉਹ ਕਰਾਂਗੇ ਜੀ ਆਪਾਂ ਬੁੱਲੇ ਸ਼ਾਹ 'ਤੇ। ਠੀਕ ਹੈ। ਅੱਜ ਦੀ ਆਪਾਂ ਨੇ ਹੁਣ ਦੇਖੋ ਆਪਣੇ ਕੋਲ ਗੁਰਮਤਿ ਕਾਵਿ ਆਪਣਾ ਕਵਰ ਹੋ ਚੁੱਕਿਆ ਹੈ। ਸੂਫੀ ਕਾਵਿ ਦੇ ਆਪਾਂ 2 ਕਵੀ ਜਿਹੜੇ ਆ ਕਵਰ ਕਰ ਚੁੱਕੇ ਹਾਂ। ਬੁੱਲੇ ਸ਼ਾਹ ਲਾਸਟ ਕਵੀ ਕਵਰ ਕਰਨ ਤੋਂ ਬਾਅਦ ਆਪਾਂ ਕਿੱਸਾ ਕਾਵਿ ਨੂੰ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਠੀਕ ਹੈ। ਅਤੇ ਇਹ ਜਿਹੜਾ ਪੂਰਾ PDF ਹੈ ਇਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗਾ। ਜਿੰਨੀ ਵੀ ਕਟਿੰਗ ਹੈ, ਜਿੰਨੀ ਵੀ ਕਾਫੀਆਂ ਰਚਨਾਵਾਂ ਨੇ, ਇਹ ਸਾਰੀਆਂ ਤੁਹਾਨੂੰ PDF ਦੇ ਫੋਰਮੈਟ ਦੇ ਵਿੱਚ ਆਪਣੇ ਜਿਹੜਾ ਹੈ ਉਹ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗਾ। ਉਸਦਾ ਜਿਹੜਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਹੈ, ਉੱਥੇ ਜਾ ਕੇ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ। ਬਾਕੀ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਕੁਐਸਚਨ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।